बीते समय दौरान ਆਪਾਂ ਜਦੋਂ ਨੇਵਲ ਅੰਮ੍ਰਿਤ ਦੀ ਗੱਲ ਕੀਤੀ ਜੀ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਕਾਲਸ ਕੀਤੀਆਂ ਤੇ ਤੁਹਾਡਾ ਐਡਰੈਸ ਵਗੈਰਾ ਵੀ ਲਿਆ ਤੇ ਬਹੁਤ ਸਾਰੇ ਲੋਕ ਮਤਲਬ ਕਿ ਅਲੱਗ-ਅਲੱਗ ਬਿਮਾਰੀਆਂ ਬਾਰੇ ਵੀ ਆ ਜਿਹੜੇ ਹੈਗੇ ਆ ਪੁੱਛਦੇ ਆ ਵੀ ਬਾਈ ਜੀ ਬੀਪੀ ਵੀ ਠੀਕ ਹੋਊਗਾ ਵੀ ਲੀਵਰ ਦੇ ਵਿੱਚ ਕੈਂਸਰ ਹੈ ਤਾਂ ਉਹ ਵੀ ਠੀਕ ਹੋ ਜਾਊਗਾ। ਪਰਹੇਜ਼ ਆਯੁਰਵੇਦ ਦੇ ਵਿੱਚ ਹਮੇਸ਼ਾ ਹੀ ਮਸਟ ਰਹੇ ਆ। ਐਲੋਪੈਥੀ ਵਿੱਚ ਇਦਾਂ ਹੋ ਜਾਂਦੀ ਆ ਵੀ ਉਹ ਕਹਿ ਦਿੰਦੇ ਆ ਵੀ ਗੋਲੀ ਤੁਸੀਂ ਖਾ ਲਓ ਵੀ ਕੋਈ ਪਰਹੇਜ਼ ਨਾ ਵੀ ਕਰੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉਹ ਗੋਲੀ ਨੇ ਦਿਨ ਭਰ ਤੁਹਾਨੂੰ ਉਹਦੇ ਨਾਲ ਮੰਨ ਲਓ ਆਪਾਂ ਸ਼ੂਗਰ ਦੀ ਗੋਲੀ ਖਾਂਦੇ ਆ, ਆਪਾਂ ਗੋਲੀ ਖਾ ਕੇ ਜੋ ਮਰਜ਼ੀ ਖਾਈ ਜਾਈਏ ਉਹਨੇ ਤੁਹਾਡੀ ਸ਼ੂਗਰ ਜਿਹੜੀ ਹੈ ਕੰਟਰੋਲ ਰੱਖਣੀ ਹੈ ਦਿਨ ਭਰ ਦੇ ਲਈ। ਅਗਲੇ ਦਿਨ ਦੇ ਲਈ ਫਿਰ ਗੋਲੀ ਤਿਆਰ ਆ ਤੁਹਾਡੇ ਲਈ। ਅਸੀਂ ਦਵਾਈ ਤਾਂ ਲੈਣੀ ਅੱਜ ਸ਼ੁਰੂ ਕੀਤੀ ਆ, ਲੇਕਿਨ ਜਿਹੜੀਆਂ ਆਪਾਂ ਖੁਰਾਕਾਂ ਖਾ ਰਹੇ ਆ ਉਹ ਪਹਿਲਾਂ ਤੋਂ ਸਾਨੂੰ ਬਿਮਾਰ ਕਰ ਰਹੀਆਂ, ਉਹਨੇ ਆਪਣੀ ਜਗ੍ਹਾ ਬਣਾਈ ਹੋਈ ਆ। ਇਸ ਕਰਕੇ ਅਸੀਂ ਕਹਿੰਦੇ ਆ ਵੀ ਦਵਾਈ ਨੇ ਅਸਰ ਹੌਲੀ ਹੌਲੀ ਕਰਨਾ। ਬਹੁਤ ਲੋਕਾਂ ਨੇ ਉਦੋਂ ਸਵਾਲ ਕੀਤੇ, ਅੱਜ ਵੀ ਕਰਨਗੇ, ਕਿਉਂਕਿ ਜਦੋਂ ਹੁਣ ਮੈਂ ਤੁਹਾਨੂੰ ਸਵਾਲ ਕਰਨਾ ਵੀ ਇੱਕ ਹੀ ਅੱਖਾਂ ਤੋਂ ਵੀ ਜਿਹੜੀ ਹੈਗੀ ਦਵਾਈ ਕਾਮਯਾਬ ਆ, ਤੁਸੀਂ ਕਹਿੰਦੇ ਸੀ ਵੀ ਕਾਮਯਾਬ ਆ, ਪਰ ਉਹ ਕਹਿੰਦੇ ਆਪਣਾ ਤਾਂ ਸੰਜੀਵ ਜੀ ਦਾ ਐਨਕਾਂ ਲੱਗੀਆਂ ਹੋਈਆਂ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਆਪਾਂ ਜਿਹੜਾ ਖਾਣਾ ਖਾਂਦੇ ਆ ਉਹ ਤੰਦਰੁਸਤ ਰਹਿਣ ਲਈ ਖਾਂਦੇ ਆ। ਜਿਹੜਾ ਖਾਣਾ ਸਾਨੂੰ ਬਿਮਾਰ ਕਰਦਾ ਹੋਵੇ ਉਹ ਸਾਡੇ ਲਈ ਜ਼ਹਿਰ ਆ, ਉਹ ਸਾਡੇ ਲਈ ਬਣਿਆ ਹੀ ਨਹੀਂ ਹੈਗਾ। ਜਿੰਨੀ ਜਲਦੀ ਆਪਾਂ ਇਸ ਚੀਜ਼ ਨੂੰ ਸਮਝ ਕੇ ਆਪਣੀ ਖੁਰਾਕ ਨੂੰ ਆਪਣੇ ਸਰੀਰ ਦੇ ਆਪਣੀ ਪ੍ਰਵਿਰਤੀ ਦੇ ਹਿਸਾਬ ਨਾਲ ਵਾਤ ਪਿੱਤ ਔਰ ਕਫ ਦੇ ਹਿਸਾਬ ਨਾਲ ਆਪਾਂ ਐਡਜਸਟ ਕਰ ਲਾਂਗੇ, ਉਨੀ ਜਲਦੀ ਆਪਾਂ ਬਿਮਾਰੀਆਂ ਤੋਂ ਨਿਜਾਤ ਪਾਵਾਂਗੇ। ਪਾਚਕ ਅੰਮ੍ਰਿਤ ਅਸੀਂ ਨਾਮ ਇਹਦਾ ਇਸ ਕਰਕੇ ਰੱਖਿਆ ਕਿ ਹਰ ਉਹ ਪਰਸਨ ਜਿਹਨੂੰ ਕਬਜ਼ ਰਹਿੰਦੀ ਹੈ, ਜਿਹਨੂੰ ਗੈਸ ਰਹਿੰਦੀ ਹੈ, ਖਾਧਾ ਪੀਤਾ ਪਚ ਨਹੀਂ ਰਿਹਾ, ਜਾਂ ਜਿਹਨੂੰ ਬਾਰ-ਬਾਰ ਟਾਇਲਟ ਜਾਣਾ ਪੈਂਦਾ ਆ ਖਾਣੇ ਤੋਂ ਬਾਅਦ, ਮੋਟਾਪਾ ਆ ਰਿਹਾ, ਜਾਂ ਜਿਹਨੂੰ ਖਾਧਾ ਪੀਤਾ ਲੱਗਦਾ ਹੀ ਨਹੀਂ ਹੈਗਾ, ਉਹ ਬਿਲਕੁਲ ਕਮਜ਼ੋਰ ਹੈਗਾ, ਉਹ ਹਰ ਪ੍ਰਕਾਰ ਦਾ ਬੰਦਾ ਸਰ ਇਹਨੂੰ ਦਵਾਈ ਦੇ ਰੂਪ 'ਚ ਵਰਤ ਸਕਦਾ ਹੈ। ਲੇਕਿਨ ਜਦੋਂ ਅਸੀਂ ਪਾਚਕ ਅੰਮ੍ਰਿਤ ਦਾ ਇੱਕ ਕੱਪ ਪੀ ਲੈਣਾ, ਇਹਨੇ ਉਸ ਖਾਣੇ ਨੂੰ ਪਚਾਉਣਾ ਸ਼ੁਰੂ ਕਰ ਦੇਣਾ। ਜੇ ਆਪਾਂ ਥੋੜ੍ਹਾ ਬਹੁਤ ਜ਼ਿਆਦਾ ਵੀ ਖਾ ਲਿਆ ਨਾ ਰਾਤ ਨੂੰ, ਇਹਨੇ ਉਹਨੂੰ ਵੀ ਪਚਾਉਣਾ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹ ਇਹਦਾ ਇੱਕ ਕੱਪ ਖਾਣਾ ਖਾਣ ਤੋਂ ਬਾਅਦ ਪੀਣ। ਜਿਹੜੇ ਦਬਲੇ ਪੁਤਲੇ ਹੈਗੇ ਆ ਔਰ ਉਹ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਆ, ਉਹ ਖਾਣਾ ਖਾਣ ਤੋਂ ਪਹਿਲਾਂ ਅੱਧਾ ਕੁ ਘੰਟਾ ਪਹਿਲਾਂ ਇੱਕ ਕੱਪ ਪੀ ਲੈਣ। ਉਹਦੇ ਨਾਲ ਉਹਨਾਂ ਦੀ ਭੁੱਖ ਵਧਣੀ ਸ਼ੁਰੂ ਹੋ ਜਾਣੀ ਹੈ, ਹਾਜ਼ਮਾ ਦਰੁਸਤ ਹੋਣਾ ਸ਼ੁਰੂ ਹੋ ਜਾਣਾ। ਔਰ ਅਗਰ ਉਹ ਖਾਣਾ ਖਾਣਗੇ ਤਾਂ ਉਹ ਕਿਉਂਕਿ ਭੁੱਖ ਵਧੀਆ ਹੋਣੀ ਆ, ਹਾਜ਼ਮਾ ਦਰੁਸਤ ਆ, ਚੰਗੀ ਤਰ੍ਹਾਂ ਖਾਣਾ ਪਚਣਾ ਉਹਨਾਂ ਨੂੰ ਅਤੇ ਪੌਸ਼ਟਿਕਤਾ ਤੰਗਾਂ ਤੱਕ ਪਹੁੰਚਣੇ ਆ, ਅਤੇ ਉਹਨਾਂ ਦੇ ਸਰੀਰ ਦਾ ਵਜ਼ਨ ਵੀ ਵਧੂਗਾ, ਤੰਦਰੁਸਤੀ ਵੀ ਆਊ। ਵੈਦ ਇਹ ਵੀ ਕਹਿੰਦੇ ਦਿਖਦੇ ਆ, ਉਹ ਕਹਿੰਦੇ ਵੀ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਕਿਹੜੀ ਬੂਟੀ ਕਿਵੇਂ ਕੰਮ ਕਰਦੀ ਹੈ। ਤੁਸੀਂ ਜਾ ਕੇ ਕਹਿੰਦੇ ਕਿਤੇ ਘਾਹ 'ਚ ਵੀ ਬੈਠ ਜਿਓ ਅਤੇ ਉੱਥੇ ਵੀ ਤੁਹਾਨੂੰ ਤੁਹਾਡੀ ਬਿਮਾਰੀ ਦਾ ਕੋਈ ਨਾ ਕੋਈ ਇਲਾਜ ਮਿਲ ਜਾਣਾ। ਹੁਣ ਅਸੀਂ ਘਾਹ 'ਚ ਬੈਠੇ ਆ, ਇੱਥੇ ਆਹ ਬੂਟੀਆਂ 4-5 ਤਰ੍ਹਾਂ ਦੀਆਂ ਹੈ ਵੀ ਆ, ਅਤੇ ਇਹ ਕੀ ਇਹਨਾਂ 'ਚ ਕੋਈ ਹੈਗੀ ਹੈ ਬਿਮਾਰੀ ਦੇ ਇਲਾਜ ਵਾਲੀ ਆਪਣੀ? ਆਹ ਜਿਹੜਾ ਘਾਹ ਆ ਸਰ, ਇਹਨੂੰ ਤੋੜਦੇ ਆਪਾਂ, ਅਗਰ ਇਹਨੂੰ ਚਬਾ ਕੇ ਖਾਣਾ ਸ਼ੁਰੂ ਕਰ ਦਈਏ ਅਤੇ ਜਿੱਦਾਂ ਇਕੱਠਾ ਕਰਕੇ ਜਾਂ ਦਾਤਣ ਟਾਈਪ ਆਪਾਂ ਅਗਰ ਇਹਦਾ ਕਰਦੇ ਹੈਗੇ ਆ, ਦੰਦਾਂ ਦੇ ਵਿੱਚ ਕਈ ਵਾਰੀ ਕੀੜਾ ਲੱਗ ਜਾਂਦਾ, ਦਾੜ੍ਹਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈਗਾ, ਅਤੇ ਇਹ ਉਸ ਕੀੜੇ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਰ। ਸੋ ਸਾਨੂੰ ਜਿਹੜੀ ਵੀ ਤਾਂ ਹੀ ਇਹ ਮੱਝਾਂ ਅਤੇ ਗਾਵਾਂ ਦੇ ਜੜ੍ਹਾਂ ਨੂੰ ਕੀੜਾ ਨਹੀਂ ਲੱਗਦਾ ਕਦੇ। ਅਤੇ ਹੁਣ ਜਿਹੜਾ ਅਸੀਂ ਪਾਚਕ ਅੰਮ੍ਰਿਤ ਦੀ ਗੱਲ ਕਰ ਰਹੇ ਹਾਂ ਤਾਂ ਕਿ ਨੇਵਲ ਅੰਮ੍ਰਿਤ ਦੀ ਵੀ ਜ਼ਰੂਰਤ ਨਾ ਪਵੇ। ਸੋ ਨੇਵਲ ਅੰਮ੍ਰਿਤ ਤੋਂ ਵੀ ਪਹਿਲਾਂ ਅਗਰ ਆਪਾਂ ਪਾਚਕ ਅੰਮ੍ਰਿਤ ਜਿਹੜਾ ਹੈਗਾ ਆ ਉਹਦੇ 2 ਕੱਪ ਸਵੇਰੇ ਸ਼ਾਮ ਚਾਹ ਦੀ ਜਗ੍ਹਾ 'ਤੇ ਪੀਣਾ ਸ਼ੁਰੂ ਕਰ ਦਿੰਦੇ ਹਾਂ, ਅਤੇ ਬਿਮਾਰੀ ਜਿਹੜੀ ਆ ਉਹ ਆਪਾਂ ਹੋਣ ਤੋਂ ਹੀ ਬਚਾ ਸਕਦੇ ਹਾਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ। ਦਰਸ਼ਕੋ, ਬੀਤੇ ਸਮੇਂ ਦੌਰਾਨ ਤੁਹਾਨੂੰ ਉਹ ਵਿਧੀ ਦਿਖਾਈ ਸੀਗੀ, ਉਸ ਵਿਧੀ ਤੋਂ ਜਾਣੂ ਕਰਵਾਇਆ ਸੀਗਾ ਜਿਹੜੀ ਬਹੁਤ ਦਹਾਕੇ ਪਹਿਲਾਂ ਸਾਡੇ ਬਜ਼ੁਰਗ ਵਰਤਦੇ ਸੀਗੇ। ਯਾਨੀ ਕਿ ਧੁੰਨੀ ਦੇ ਵਿੱਚ ਤੇਲ ਪਾਉਣ ਦੀ ਜਾਂ ਦਵਾਈ ਕਹਿ ਲਓ ਪਾਉਣ ਦੀ ਵਿਧੀ ਦੇ ਬਾਰੇ ਤੁਹਾਨੂੰ ਗੱਲਬਾਤ ਅਸੀਂ ਕਰਵਾਈ ਸੀਗੀ। ਅਤੇ ਨੇਵਲ ਅੰਮ੍ਰਿਤ ਨਾਂ ਦੀ ਇੱਕ ਦਵਾਈ ਜਿਹੜੀ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਕੰਮ ਕਰਦੀ ਹੈ, ਖਾਸ ਤੌਰ 'ਤੇ ਧੁੰਨੀ ਦੇ ਨਾਲ। ਜਿਵੇਂ ਵੈਦ ਸਾਹਿਬ ਨੇ ਵੀ ਦੱਸਿਆ ਸੀਗਾ ਵੀ ਸਾਡੀਆਂ ਸਾਰੀਆਂ ਨਸਾਂ ਜੁੜੀਆਂ ਹੁੰਦੀਆਂ ਅਤੇ ਇੱਕ ਸੈੱਲ ਦੇ ਉੱਤੇ ਵਰਕ ਕਰਦੀ ਹੈ, ਉਸ ਬਾਰੇ ਅਸੀਂ ਗੱਲਬਾਤ ਕੀਤੀ ਸੀਗੀ। ਅਤੇ ਉਸੇ ਨੂੰ ਲੈ ਕੇ ਅਸੀਂ ਅੱਗੇ ਹੋਰ ਬਿਮਾਰੀਆਂ ਬਾਰੇ ਵੀ ਅੱਜ ਗੱਲਬਾਤ ਕਰਨੀ ਹੈ,
ਖਾਸ ਤੌਰ ਤੇ ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਨਾਲ ਪ੍ਰਭਾਵਿਤ ਨੇ ਉਹ ਜ਼ਰੂਰ ਵੇਖਿਓ, ਜਾਂ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਤੰਦਰੁਸਤ ਹੋ ਪਰ ਕਿਸੇ ਨੂੰ ਲੋੜ ਹੈ ਭਲਾ ਹੋ ਜੇ ਕਿਸੇ ਦਾ, ਤਾਂ ਉਹ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ। ਜਿੱਥੇ ਉਸ ਨੇਵਲ ਅੰਮ੍ਰਿਤ ਬਾਰੇ ਗੱਲ ਕਰਾਂਗੇ, ਉੱਥੇ ਹੋਰ ਵੀ ਕੁਝ ਨੁਸਖੇ ਜਿਹੜੇ ਹੈਗੇ ਆ ਉਹ ਤੁਹਾਨੂੰ ਅੱਜ ਵੈਦ ਸਾਹਿਬ ਨੇ ਦੇਣੇ ਨੇ। ਗੱਲਬਾਤ ਕਰਦੇ ਹਾਂ। ਮੇਰੇ ਨਾਲ ਸੰਜੀਵ ਜੀ ਤੇ ਸ਼ਰਮਾ ਜੀ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੋ ਸੰਜੀਵ ਜੀ? ਬਹੁਤ ਵਧੀਆ ਸਰ। ਬੀਤੇ ਸਮੇਂ ਦੌਰਾਨ ਆਪਾਂ ਜਦੋਂ ਨੇਵਲ ਅੰਮ੍ਰਿਤ ਦੀ ਗੱਲ ਕੀਤੀ ਜੀ, ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਕਾਲਸ ਕੀਤੀਆਂ ਤੇ ਤੁਹਾਡਾ ਐਡਰੈਸ ਵਗੈਰਾ ਵੀ ਲਿਆ, ਤੇ ਬਹੁਤ ਸਾਰੇ ਲੋਕ ਮਤਲਬ ਕਿ ਅਲੱਗ-ਅਲੱਗ ਬਿਮਾਰੀਆਂ ਬਾਰੇ ਵੀ ਜਿਹੜੇ ਹੈਗੇ ਆ ਪੁੱਛਦੇ ਆ ਵੀ ਬਾਈ ਜੀ ਬੀਪੀ ਵੀ ਠੀਕ ਹੋਊਗਾ, ਵੀ ਲੀਵਰ ਦੇ ਵਿੱਚ ਕੈਂਸਰ ਹੈ ਤਾਂ ਉਹ ਵੀ ਠੀਕ ਹੋ ਜਾਊਗਾ। ਤਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਬਹੁਤ ਸਾਰੇ ਤਾਂ ਲੋਕ ਇਹ ਵੀ ਕਹਿੰਦੇ ਆ ਵੀ, ਕਿਉਂਕਿ ਜਦੋਂ ਅਸੀਂ ਕਮੈਂਟ ਵੇਖਦੇ ਆ ਬਹੁਤ ਲੋਕਾਂ ਦੇ ਕਮੈਂਟ ਇਹ ਵੀ ਆ ਜਾਂਦੇ ਆ ਵੀ ਕੋਈ ਫਰਕ ਨਹੀਂ ਪੈਂਦਾ, 1600 ਰੁਪਏ ਦੇ ਵਿੱਚ ਲੋਕਾਂ ਦੀ ਲੁੱਟ ਕੀਤੀ ਜਾਂਦੀ ਆ, ਹੋਰ ਕੁਝ ਨਹੀਂ। ਦੇਖੋ ਸਰ, ਜਦੋਂ ਵੀ ਆਪਾਂ ਨੇਵਲ ਅੰਮ੍ਰਿਤ ਕਿਸੇ ਨੂੰ ਦਿੰਨੇ ਹੈਗੇ ਆ, ਨਾਲ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਤੁਹਾਨੂੰ ਇਹਦੇ ਨਾਲ ਆਰਾਮ ਆ ਜਾਣਾ, ਲੇਕਿਨ ਜਿਵੇਂ ਤੁਹਾਨੂੰ ਦੱਸਿਆ ਜਾਂਦਾ ਨਾ ਪ੍ਰੋਪਰ ਉਸ ਤਰੀਕੇ ਦੇ ਨਾਲ ਮੈਡੀਸਨ ਵਰਤਣੀ ਆ, ਯੂਜ਼ ਕਰਨੀ ਆ। ਨਾਲ ਕੁਝ ਪਰਹੇਜ਼ ਹੁੰਦੇ ਹੈਗੇ ਆ। ਪਰਹੇਜ਼ ਆਯੁਰਵੇਦ ਦੇ ਵਿੱਚ ਹਮੇਸ਼ਾ ਹੀ ਮਸਟ ਰਹੇ ਆ। ਐਲੋਪੈਥੀ ਵਿੱਚ ਇਦਾਂ ਹੋ ਜਾਂਦੀ ਆ ਵੀ ਉਹ ਕਹਿ ਦਿੰਦੇ ਆ ਵੀ ਗੋਲੀ ਤੁਸੀਂ ਖਾ ਲਓ, ਵੀ ਕੋਈ ਪਰਹੇਜ਼ ਨਾ ਵੀ ਕਰੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉਹ ਗੋਲੀ ਨੇ ਦਿਨ ਭਰ ਤੁਹਾਨੂੰ ਉਹਦੇ ਨਾਲ ਮੰਨ ਲਓ ਆਪਾਂ ਸ਼ੂਗਰ ਦੀ ਗੋਲੀ ਖਾਂਦੇ ਆ, ਆਪਾਂ ਗੋਲੀ ਖਾ ਕੇ ਜੋ ਮਰਜ਼ੀ ਖਾਈ ਜਾਈਏ, ਉਹਨੇ ਤੁਹਾਡੀ ਸ਼ੂਗਰ ਜਿਹੜੀ ਆ ਕੰਟਰੋਲ ਰੱਖਣੀ ਹੈ ਦਿਨ ਭਰ ਦੇ ਲਈ। ਅਗਲੇ ਦਿਨ ਦੇ ਲਈ ਫਿਰ ਗੋਲੀ ਤਿਆਰ ਆ ਤੁਹਾਡੇ ਲਈ। ਨਹੀਂ, ਇਹ ਫਿਰ ਜਿਹੜੇ ਤੁਹਾਡਾ ਅਸਰ ਇਹ ਦਵਾਈ ਕਰਦੀ ਹੈ ਕਿ ਪਰਹੇਜ਼ ਹੀ ਕਰਦਾ ਅਸਰ? ਕਿਤੇ ਇਹਨਾਂ ਨਾ ਹੋਵੇ ਵੀ ਪਰਹੇਜ਼ ਅਸਰ ਕਰਦਾ ਹੋਵੇ, ਨਾਮ ਨੇਵਲ ਅੰਮ੍ਰਿਤ ਦਾ ਲੱਗੀ ਜਾਵੇ। ਦੇਖੋ ਇਦਾਂ ਹੈਗੇ ਆ ਜੀ, ਪਰਹੇਜ਼ ਤਾਂ ਸਾਨੂੰ ਜ਼ਰੂਰੀ ਕਰਨੇ ਪੈਣਗੇ। ਇਦਾਂ ਤਾਂ ਕਦੇ ਵੀ ਨਹੀਂ ਹੋ ਸਕਦਾ ਵੀ ਆਪਾਂ ਪਰਹੇਜ਼ ਨਾ ਕਰੀਏ ਔਰ ਦਵਾਈ ਅਸਰ ਕਰਦੀ ਹੋਵੇ। ਠੀਕ ਹੈ ਜੀ। ਨੇਵਲ ਅੰਮ੍ਰਿਤ ਨੇ ਜੜ 'ਤੇ ਕੰਮ ਕਰਨਾ, ਕਿਉਂਕਿ ਅਸੀਂ ਉਦੋਂ ਦੱਸਦੇ ਹੈਗੇ ਆ ਪਰਹੇਜ਼ ਇਸ ਕਰਕੇ ਹੁੰਦੇ ਆ ਵੀ ਜਿਸ ਵੀ ਪਰਸਨ ਨੇ ਦਵਾਈ ਵਰਤਣੀ ਆ, ਜੇ ਉਹ ਪਰਹੇਜ਼ ਨਾ ਕਰੂਗਾ ਤਾਂ ਉਹ ਜਿਹੜੀਆਂ ਚੀਜ਼ਾਂ ਉਹ ਲੈ ਰਿਹਾ ਖਾ ਰਿਹਾ, ਉਹ ਤਾਂ ਪਹਿਲਾਂ ਹੀ ਆਪਾਂ ਅਸਰ ਉਹਨਾਂ 'ਤੇ ਮਰੀਜ਼ 'ਤੇ ਕਰੇ ਰਹੀਆਂ ਹੁੰਦੀਆਂ। ਦਵਾਈ ਨੇ ਆਪਣੀ ਜਗ੍ਹਾ ਕਿੱਦਾਂ ਬਣਾਉਣੀ ਆ? ਜਿੱਦਾਂ ਸ਼ੇਰ ਦੇ ਮੂਹਰੇ ਬੱਕਰੀ ਬੰਨ੍ਹਦੇ ਹੋ ਅਤੇ ਬੱਕਰੀ ਨੂੰ ਜੋ ਮਰਜ਼ੀ ਚਾਰੀ ਜਾਓ ਤੁਸੀਂ, ਉਹ ਬੱਕਰੀ ਦਾ ਕਿਲੋ ਵਜ਼ਨ ਵੀ ਨਹੀਂ ਵਧਣਾ, ਕਿਉਂਕਿ ਉਹ ਦਿਮਾਗ ਦੇ ਵਿੱਚ ਬੱਕਰੀ ਦੇ ਜਿਹੜੀ ਚੀਜ਼ ਚੱਲਦੀ ਆ ਉਹ ਸ਼ੇਰ ਚੱਲਦਾ। ਵੀ ਜਿੱਦਣ ਸ਼ੇਰ ਖੁੱਲ੍ਹ ਗਿਆ ਮੈਨੂੰ ਇਹਨੇ ਖਾ ਲੈਣਾ, ਉਹ ਉੱਦਾਂ ਦੀ ਉੱਦਾਂ ਹੀ ਰਹੂਗੀ, ਉਹਦਾ ਵਜ਼ਨ ਨਾ ਵਧਣਾ ਨਾ ਘਟਣਾ। ਉੱਤੇ ਅਸਰ ਘਟ ਸਕਦਾ ਖੁਰਾਕ ਖਾਣ ਦੇ ਬਾਵਜੂਦ ਵੀ, ਲੇਕਿਨ ਵਜ਼ਨ ਵਧੂਗਾ ਨਹੀਂ, ਕਿਉਂਕਿ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਡਰ ਬੈਠਾ ਹੋਇਆ। ਇਸੇ ਤਰੀਕੇ ਦੇ ਨਾਲ ਕੋਈ ਵੀ ਬਿਮਾਰੀ ਆ, ਅਸੀਂ ਦਵਾਈ ਤਾਂ ਲੈਣੀ ਅੱਜ ਸ਼ੁਰੂ ਕੀਤੀ ਆ, ਲੇਕਿਨ ਜਿਹੜੀਆਂ ਆਪਾਂ ਖੁਰਾਕਾਂ ਖਾ ਰਹੇ ਹਾਂ ਉਹ ਪਹਿਲਾਂ ਤੋਂ ਸਾਨੂੰ ਬਿਮਾਰ ਕਰ ਰਹੀਆਂ, ਉਹਨੇ ਆਪਣੀ ਜਗ੍ਹਾ ਬਣਾਈ ਹੋਈ ਆ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਦਵਾਈ ਨੇ ਅਸਰ ਹੌਲੀ ਹੌਲੀ ਕਰਨਾ, ਲੇਕਿਨ ਜੇ ਪਰਹੇਜ਼ ਕਰਾਂਗੇ ਤਾਂ ਤੁਹਾਨੂੰ 100% ਫਾਇਦੇ ਆਉਣਗੇ। ਜਦੋਂ ਜੜ ਤੋਂ ਬਿਮਾਰੀ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਇਹ ਪਰਹੇਜ਼ ਜਾਰੀ ਰਹਿੰਦੇ ਆ? ਪਰਹੇਜ਼ ਕਿਸੇ ਹੱਦ ਤੱਕ ਜਾਰੀ ਰਹਿੰਦੇ ਆ ਜੀ। ਇੱਦਾਂ ਨਹੀਂ ਹੋ ਸਕਦੀ ਹੈ ਵੀ ਜਿਹੜੀ ਸਾਡੀ ਬਿਮਾਰੀ ਅੱਜ ਖਤਮ ਹੋ ਗਈ ਆ ਉਹ ਦੁਬਾਰਾ ਨਾ ਆਵੇ। ਮੰਨ ਲਓ ਪੱਥਰੀ ਆ, ਸਾਡੇ ਪਿੱਤੇ 'ਚ ਪੱਥਰੀ ਆ ਜਾਂ ਗੁਰਦੇ 'ਚ ਪੱਥਰੀ ਆ, ਅਗਰ ਅਸੀਂ ਉਹ ਚੀਜ਼ਾਂ ਖਾਂਦੇ ਰਹਾਂਗੇ ਜਿਹੜੀਆਂ ਚੀਜ਼ਾਂ ਪੱਥਰੀ ਵਧਾਉਂਦੀਆਂ, ਜਦੋਂ ਨਿਕਲ ਵੀ ਗਈ, ਕਿਉਂਕਿ ਜਿੱਥੋਂ ਮੰਨ ਲਓ ਗੁਰਦੇ ਦੇ ਵਿੱਚੋਂ ਪੱਥਰੀ ਨਿਕਲੀ ਆ ਉੱਥੇ ਜਗ੍ਹਾ ਖਾਲੀ ਰਹਿ ਜਾਂਦੀ, ਇੱਕ ਦੋ ਕਣ ਵੀ ਰਹਿ ਗਏ ਉੱਥੇ, ਔਰ ਅਸੀਂ ਉਹ ਚੀਜ਼ਾਂ ਦੁਬਾਰਾ ਭਰਪੂਰ ਮਾਤਰਾ 'ਚ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਪੱਥਰੀ ਵਧਾਉਂਦੀਆਂ ਹੈਗੀਆਂ। ਮੰਨ ਲਓ ਆਪਾਂ ਕੈਲਸ਼ੀਅਮ ਜ਼ਿਆਦਾ ਲੈਣਾ ਸ਼ੁਰੂ ਕਰ ਲਿਆ, ਬੀਜ ਵਾਲੀਆਂ ਚੀਜ਼ਾਂ, ਜਿਹੜੇ ਬੀਜ ਗਲਦੇ ਨਹੀਂ ਹੈਗੇ ਹੈ ਨਾ, ਉਹ ਆਪਾਂ ਜਿੱਦਾਂ ਅਮਰੂਦ ਹੋ ਗਿਆ ਜਾਂ ਟਮਾਟਰ ਦੇ ਬੀਜ ਆ, ਬੈਂਗਣ ਦੇ ਜਾਂ ਭਿੰਡੀ ਦੇ, ਉਹ ਚੀਜ਼ਾਂ ਅਗਰ ਅਸੀਂ ਦੁਬਾਰਾ ਜ਼ਿਆਦਾ ਮਾਤਰਾ 'ਚ ਲੈਣੀਆਂ ਸ਼ੁਰੂ ਕਰਤੀਆਂ, ਪੱਥਰੀ ਦੁਬਾਰਾ ਬਣਨੀ ਆ। ਸੋ ਇਸ ਕਰਕੇ ਜਦੋਂ ਅਸੀਂ ਬਿਮਾਰੀ ਤੋਂ ਨਿਜਾਤ ਪਾ ਲੈਂਦੇ ਹਾਂ ਅਤੇ ਸਾਨੂੰ ਖੁੱਲ੍ਹ ਨਹੀਂ ਮਿਲ ਜਾਂਦੀ ਕਿ ਅਸੀਂ ਜੋ ਮਰਜ਼ੀ ਖਾਈਏ, ਉਹਦੇ ਨਾਲ ਇਹ ਹੁੰਦਾ ਵੀ ਛੋਟ ਮਿਲ ਜਾਂਦੀ ਵੀ ਤੁਸੀਂ ਖਾ ਸਕਦੇ ਹੋ, ਲੇਕਿਨ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਆਪਾਂ ਜਿਹੜਾ ਖਾਣਾ ਖਾਂਦੇ ਹਾਂ ਉਹ ਤੰਦਰੁਸਤ ਰਹਿਣ ਲਈ ਖਾਂਦੇ ਹਾਂ। ਜਿਹੜਾ ਖਾਣਾ ਸਾਨੂੰ ਬਿਮਾਰ ਕਰਦਾ ਹੋਵੇ ਉਹ ਸਾਡੇ ਲਈ ਜ਼ਹਿਰ ਆ, ਉਹ ਸਾਡੇ ਲਈ ਬਣਿਆ ਹੀ ਨਹੀਂ ਹੈਗਾ। ਜਿੰਨੀ ਜਲਦੀ ਆਪਾਂ ਇਸ ਚੀਜ਼ ਨੂੰ ਸਮਝ ਕੇ ਆਪਣੀ ਖੁਰਾਕ ਨੂੰ ਆਪਣੇ ਸਰੀਰ ਦੇ ਆਪਣੀ ਪ੍ਰਵਿਰਤੀ ਦੇ ਹਿਸਾਬ ਨਾਲ, ਵਾਤ ਪਿੱਤ ਔਰ ਕਫ ਦੇ ਹਿਸਾਬ ਨਾਲ ਆਪਾਂ ਐਡਜਸਟ ਕਰ ਲਾਂਗੇ, ਉਨੀ ਜਲਦੀ ਆਪਾਂ ਬਿਮਾਰੀਆਂ ਤੋਂ ਨਿਜਾਤ ਪਾਵਾਂਗੇ। ਨੇਵਲ ਅੰਮ੍ਰਿਤ ਇੱਕ ਸਹਾਇਕ ਦੇ ਰੂਪ 'ਚ ਕੰਮ ਕਰਦੀ ਆ, ਤੁਹਾਡੀ ਬਿਮਾਰੀ ਖਤਮ ਕਰਦੀ ਆ, ਲੇਕਿਨ ਇਹ ਛੋਟੀ ਤੁਹਾਨੂੰ ਫਿਰ ਵੀ ਹੈਗੀ ਆ ਵੀ ਜੇ ਆਪਾਂ ਪਰਹੇਜ਼ ਨਹੀਂ ਕਰਾਂਗੇ ਤਾਂ ਬਿਮਾਰੀ ਤੁਹਾਨੂੰ ਦੁਬਾਰਾ ਵੀ ਹੋ ਸਕਦੀ ਆ, ਔਰ ਇਹ ਵੀ ਹੋ ਸਕਦਾ ਕਿ ਤੁਹਾਡੀ ਬਿਮਾਰੀ ਨਾ ਖਤਮ ਹੋਵੇ। ਬਿਮਾਰੀ ਜੜ ਤੋਂ ਖਤਮ ਕਰਨ ਦੇ ਲਈ ਪਰਹੇਜ਼ ਜ਼ਰੂਰੀ ਹੁੰਦੇ ਆ। ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੇ ਉੱਤੇ ਅਸਰਦਾਰ ਹੈਗੀ ਇਹ ਦਵਾਈ ਜਾਂ ਨਹੀਂ ਸੁਜੈਸਟ ਕਰਦੇ? ਸਰ ਅਸੀਂ 2nd ਸਟੇਜ ਤੱਕ ਕੈਂਸਰ ਦੇ ਰਿਜ਼ਲਟ ਲਏ ਆ,
ਅਸੀਂ ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਵੀ ਹੈਗਾ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀਦੀ ਹੈ, ਕਿਉਂਕਿ ਜਿਹੜਾ ਕੈਂਸਰ ਦਾ ਮਰੀਜ਼ ਹੁੰਦਾ ਨਾ 3rd ਜਾਂ 4th ਸਟੇਜ ਵਾਲਾ, ਉਹਨਾਂ ਦੇ ਕੋਲ ਸਰ ਸਮਾਂ ਹੀ ਨਹੀਂ ਹੁੰਦਾ ਹੈ ਇੰਨਾ, ਕਿਉਂਕਿ ਇਹ ਦਵਾਈ ਬਹੁਤ ਸਲੋ ਕੰਮ ਕਰਦੀ ਆ। ਇਹ 15-20 ਦਿਨ ਤਾਂ ਇਹ ਅਸਰ ਹੋਣ ਨੂੰ ਲੱਗਦੇ ਆ, ਨਾਭੀ 'ਚ ਰਚਦੀ ਆ, ਹੌਲੀ ਹੌਲੀ ਇਹ ਦਵਾਈ ਜਿਹੜੀ ਕੰਮ ਕਰਨਾ ਸ਼ੁਰੂ ਕਰਦੀ ਆ। ਤੇ ਜੇ ਆਪਾਂ 4th ਸਟੇਜ ਦੇ ਕੈਂਸਰ ਦਾ ਜਿਹੜਾ ਮਰੀਜ਼ ਹੈਗਾ ਉਹਦੀ ਗੱਲ ਕਰੀਏ, ਉਹਦੇ ਕੋਲ ਸਮਾਂ ਹੀ ਨਹੀਂ ਹੁੰਦਾ ਸਰ ਇੰਨਾ ਵੀ ਉਹ 15-20 ਦਿਨ ਮਤਲਬ ਦਵਾਈ ਪਾ ਕੇ ਉਹ ਸਬਰ ਕਰੇ, ਕਿਉਂਕਿ ਉਹਦੇ ਦਿਨ ਪਰ ਦਿਨ ਜਿਹੜੇ ਹੈਗੇ ਆ ਉਹ ਹਾਲਾਤ ਬਦਲਦੇ ਹੈਗੇ ਆ। ਸੋ ਇਸ ਕਰਕੇ 1st ਔਰ 2nd ਸਟੇਜ ਤੱਕ ਅਸੀਂ ਰਿਜ਼ਲਟ ਲਏ ਹੋਏ ਆ ਸਰ। ਬੀਪੀ ਸ਼ੂਗਰ ਬਿਲਕੁਲ ਸਰ, ਜੜ ਤੋਂ ਖਤਮ ਹੁੰਦੇ ਆ। ਅਸੀਂ ਬਹੁਤ ਸਾਰੇ ਮਰੀਜ਼ ਤੁਹਾਨੂੰ ਇੱਦਾਂ ਦੇ ਮਿਲਾ ਸਕਦੇ ਹਾਂ ਜਿਹੜੇ ਗੋਲੀਆਂ ਖਾਂਦੇ ਸੀ, ਗੋਲੀਆਂ ਬਿਲਕੁਲ ਬੰਦ ਆ, ਜਿਹੜੇ ਇਨਸੂਲਿਨ ਲੈਂਦੇ ਸੀ, ਇਨਸੂਲਿਨ ਬਿਲਕੁਲ ਬੰਦ। ਬਹੁਤ ਲੋਕਾਂ ਨੇ ਉਦੋਂ ਸਵਾਲ ਕੀਤੇ, ਅੱਜ ਵੀ ਕਰਨਗੇ, ਕਿਉਂਕਿ ਜਦੋਂ ਹੁਣ ਮੈਂ ਤੁਹਾਨੂੰ ਸਵਾਲ ਕਰਨਾ ਵੀ ਇੱਕ ਹੀ ਅੱਖਾਂ ਤੋਂ ਵੀ ਜਿਹੜੀ ਹੈਗੀ ਦਵਾਈ ਕਾਮਯਾਬ ਆ, ਤੁਸੀਂ ਕਹਿੰਦੇ ਸੀ ਵੀ ਕਾਮਯਾਬ ਆ, ਪਰ ਉਹ ਕਹਿੰਦੇ ਆਪਣਾ ਤਾਂ ਸੰਜੀਵ ਜੀ ਦਾ ਐਨਕਾਂ ਲੱਗੀਆਂ ਹੋਈਆਂ। ਦੇਖੋ ਸਰ, ਇਹ ਜਿਹੜੀਆਂ ਐਨਕਾਂ ਆ ਇਹ ਨਜ਼ਰ ਦੀਆਂ ਐਨਕਾਂ ਨਹੀਂ ਹੈਗੀਆਂ। ਮੈਂ ਦੱਸ ਦੇਵਾਂ, ਸਾਰੇ ਦਰਸ਼ਕ ਜਿਹੜੇ ਦੇਖਣ ਵਾਲੇ ਹੈਗੇ ਆ, ਤੇ ਮੈਂ ਇੱਥੇ ਬੈਠਾ ਆ, ਜੇ ਮੇਰੇ ਤੋਂ ਕੋਈ 20 ਫੁੱਟ ਦੂਰ ਵੀ ਤੁਸੀਂ ਰੱਖਿਓ ਕੋਈ ਚੀਜ਼, ਮੈਂ ਉਹ ਬੜੀ ਆਸਾਨੀ ਦੇ ਨਾਲ ਪੜ੍ਹ ਸਕਦਾ। ਪਹਿਲਾਂ ਨਜ਼ਰ ਮੇਰੀ ਕਮਜ਼ੋਰ ਹੁੰਦੀ ਜ਼ਰੂਰ ਸੀ, ਲੇਕਿਨ ਜਦੋਂ ਨੇਵਲ ਅਮਰਤ ਯੂਜ਼ ਕੀਤਾ ਉਹ ਮੇਰੀ ਨਜ਼ਰ ਬਿਲਕੁਲ ਠੀਕ ਹੈ ਇਸ ਵੇਲੇ, ਤੁਸੀਂ ਚੈੱਕ ਕਰਵਾ ਸਕਦੇ ਹੋ। ਠੀਕ ਹੈ ਜੀ, ਕਿਸੇ ਜਿੱਥੇ ਵੀ ਤੁਸੀਂ ਲਿਜਾ ਕੇ ਆਪਣੇ ਹਸਪੀਟਲ ਦੇ ਵਿੱਚ ਜਾਂ ਅੱਖਾਂ ਦਾ ਜਿਹੜਾ ਵੀ ਕੋਈ ਡਾਕਟਰ ਤੁਸੀਂ ਸੁਜੈਸਟ ਕਰੋ, ਉੱਥੇ ਜਾ ਕੇ ਮੇਰੀ ਜਿਹੜੀ ਨਜ਼ਰ ਹੈ ਉਹ ਚੈੱਕ ਕਰਵਾ ਸਕਦੇ ਹੋ। ਫਰਕ ਸਿਰਫ ਇੰਨਾ ਪੈ ਗਿਆ ਵੀ ਜਦੋਂ ਮੈਂ ਨਜ਼ਰ ਦੀ ਐਨਕ ਲਾਉਂਦਾ ਸੀ ਉਸ ਵੇਲੇ ਦੇ ਲੋਕ ਜਿਹੜੇ ਮੈਨੂੰ ਜਾਣਦੇ ਆ ਜਾਂ ਕਹਿ ਲਓ ਵੀ ਯੂਜ਼ ਟੂ ਹੋ ਗਿਆ ਐਨਕਾਂ ਦਾ, ਤੇ ਉਹ ਜੇ ਮੈਂ ਲਾ ਕੇ ਐਨਕਾਂ ਉਹਨਾਂ ਦੇ ਸਾਹਮਣੇ ਜਾਣਾ ਤਾਂ ਉਹਨਾਂ ਦਾ ਪਹਿਲਾ ਸਵਾਲ ਜਾਂ ਪਹਿਲੀ ਗੱਲ ਜਿਹੜੀ ਪਹਿਲਾ ਕਮੈਂਟ ਇਹੀ ਹੁੰਦਾ ਵੀ ਯਾਰ ਐਨਕਾਂ ਲਾ ਗਿਆ, ਸਾਨੂੰ ਚੰਗਾ ਹੀ ਨਹੀਂ ਲੱਗਦਾ ਤੋਂ। ਸੋ ਇਸ ਕਰਕੇ ਮੈਂ ਯੂਜ਼ ਟੂ ਹੋ ਗਿਆ ਇਹਨਾਂ ਐਨਕਾਂ ਦਾ, ਅਦਰਵਾਈਜ਼ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਤੁਸੀਂ ਚੈੱਕ ਕਰ ਸਕਦੇ ਹੋ, ਨੋਰਮਲ ਐਨਕਾਂ ਹੈਗੀਆਂ ਜੀ। ਸਹੀ ਗੱਲ ਹੈ, ਮੈਨੂੰ ਵੀ ਫਰਕ ਨਹੀਂ। ਠੀਕ ਹੈ, ਠੀਕ ਹੈ। ਤੇ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਹੋ, ਇਹ ਪਾਚਕ ਅੰਮ੍ਰਿਤ, ਇਹ ਕੀ ਹੈ ਜੀ? ਸਰ ਜਿੱਦਾਂ ਬਹੁਤ ਸਾਰੇ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦੇ ਆ ਜਾਂ ਸਾਡੇ ਨਾਲ ਗੱਲ ਕਰਦੇ ਹੈਗੇ ਆ ਜੀ, ਉਹ ਸਾਨੂੰ ਇਹ ਕਹਿੰਦੇ ਆ ਵੀ ਠੀਕ ਹੈ ਅਸੀਂ ਨੇਵਲ ਅੰਮ੍ਰਿਤ ਲੈ ਰਹੇ ਹਾਂ, ਸਾਨੂੰ ਬਿਮਾਰੀਆਂ ਤੋਂ ਨਿਜਾਤ ਮਿਲਦੀ ਆ, ਵੀ ਕੀ ਕੋਈ ਐਦਾਂ ਦਾ ਕੁਝ ਹੋ ਸਕਦਾ ਵੀ ਜਿਹਦੇ ਨਾਲ ਸਾਡੀਆਂ ਬਿਮਾਰੀਆਂ ਜਿਹੜੀਆਂ ਆ ਉਹ ਅਸੀਂ ਬਿਮਾਰੀਆਂ ਤੋਂ ਗ੍ਰਸਤ ਹੀ ਨਾ ਹੋਈਏ, ਬਿਮਾਰੀਆਂ ਤੋਂ ਪੀੜਤ ਹੀ ਨਾ ਹੋਈਏ। ਸੋ ਸਾਡੀਆਂ ਜਿਹੜੀਆਂ 75% ਬਿਮਾਰੀਆਂ ਸਾਡੇ ਪੇਟ ਤੋਂ ਸ਼ੁਰੂ ਹੁੰਦੀਆਂ। ਜਦੋਂ ਸਾਨੂੰ ਕਬਜ਼ ਹੋ ਜਾਂਦੀ ਹੈ, ਜਦੋਂ ਸਾਨੂੰ ਗੈਸ ਹੁੰਦੀ ਹੈ, ਐਸਿਡਿਟੀ ਆ, ਤੇਜ਼ਾਬ ਬਣਦਾ ਸਾਡੇ, ਉਦੋਂ ਬਹੁਤ ਸਾਰੀਆਂ ਬਿਮਾਰੀਆਂ ਇੱਦਾਂ ਦੀਆਂ ਆ ਜਿਨ੍ਹਾਂ ਦਾ ਉਹ ਆਪਣੇ ਆਪ ਹੀ ਬਿਮਾਰੀਆਂ ਜਿਹੜੀਆਂ ਇੱਕ ਦੂਜੇ ਨਾਲ ਸੰਬੰਧਿਤ ਹੁੰਦੀਆਂ ਹੈਗੀਆਂ, ਔਰ ਜ਼ਿਆਦਾਤਰ ਇਹ ਪੇਟ ਤੋਂ ਸ਼ੁਰੂ ਹੁੰਦੀਆਂ। ਔਰ ਅੱਜ ਦਾ ਜਿਹੜਾ ਖਾਣ ਪਾਣ ਸਾਡਾ ਇੱਦਾਂ ਦਾ ਹੈਗਾ ਆ ਵੀ ਜ਼ਿਆਦਾਤਰ ਲੋਕ ਜਾਂ ਉਹਨਾਂ ਨੂੰ ਕਬਜ਼ ਰਹਿੰਦੀ ਹੈ ਜਾਂ ਖਾਧਾ ਪੀਤਾ ਪਚਦਾ ਹੀ ਨਹੀਂ ਉਹਨਾਂ ਨੂੰ, ਵੀ ਖਾ ਲਿਆ ਔਰ ਉਸੇ ਵੇਲੇ ਉਹਨਾਂ ਨੂੰ 10-15 ਮਿੰਟ ਦੇ ਵਿੱਚ ਟੁੱਟ ਜਾਣਾ ਪੈਂਦਾ। ਜਾਣੀ ਕਈਆਂ ਨੂੰ ਲੂਜ਼ ਮੋਸ਼ਨ ਹੀ ਹਮੇਸ਼ਾ ਸਤਾ ਰਹੇ ਆ, ਕਈ ਦਵਾਈਆਂ ਖਾ ਰਹੇ ਆ ਵੀ ਸਾਨੂੰ। ਉਹਦਾ ਕਾਰਨ ਕੀ ਹੁੰਦਾ ਹੈ? ਜਿਹੜੇ ਬਹੁਤ ਜ਼ਿਆਦਾ ਮਤਲਬ ਕਿ ਬਹੁਤ ਸੁਣੀਦਾ ਵੀ ਹੈ ਹਨਾ ਲੋਕਾਂ ਤੋਂ ਵੀ ਜੇ 5 ਵਾਰ ਖਾਧਾ ਤਾਂ 5 ਵਾਰ ਜਾਣਾ ਪੈਂਦਾ ਜੀ ਉਹਨਾਂ ਨੂੰ, ਉਹਦਾ ਕਾਰਨ ਕੀ ਰਹਿੰਦਾ? ਸਰ ਮਿਹਦਾ ਕਮਜ਼ੋਰ ਹੋਇਆ ਹੁੰਦਾ ਜੀ ਉਹਨਾਂ ਦਾ, ਔਰ ਇਹਨੂੰ ਉਹ ਤੋਂ ਕੀ ਅੱਗੇ ਬਿਮਾਰੀ ਉਪਜ ਸਕਦੀ ਹੈ? ਸਰ ਦੇਖੋ, ਜਿਸ ਬੰਦੇ ਨੇ ਖੁਰਾਕ ਲੈਣੀ ਆ, ਉਹ ਖੁਰਾਕ ਜਿਹੜੀ ਵੀ ਆਪਾਂ ਖਾ ਰਹੇ ਹਾਂ, ਸਾਡੇ ਜਿੰਨੇ ਵੀ ਖਾਣੇ ਦੇ ਨਾਲ ਸੰਬੰਧਿਤ ਔਰਗਨ ਹੈਗੇ ਆ, ਉਹ ਖਾਣੇ ਦੇ ਵਿੱਚੋਂ ਰਸ ਕੱਢਦੇ ਆ। 6 ਪ੍ਰਕਾਰ ਦੇ ਰਸ ਹੁੰਦੇ ਆ, ਉਹਨਾਂ ਰਸਾਂ ਦੇ ਨਾਲ ਹੀ ਜਿਹੜੇ ਨਿਊਟਰੀਐਂਟਸ ਆ, ਮਾਈਕਰੋ ਨਿਊਟਰੀਐਂਟਸ ਆ, ਮਿਨਰਲਸ, ਵਿਟਾਮਿਨਸ, ਹਰ ਪੌਸ਼ਟਿਕ ਤੱਤ ਜਿਹੜਾ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਚਾਹੀਦਾ ਉਹ ਕੱਢਦੇ ਹੈਗੇ ਆ। ਔਰ ਜਦੋਂ ਅਸੀਂ ਖਾਣਾ ਖਾਧਾ ਔਰ ਉਹਨਾਂ ਨੂੰ ਥੋੜ੍ਹੇ ਸਮੇਂ ਦੇ ਬਾਅਦ ਹੀ ਟੁੱਟ ਜਾਣਾ ਪੈਂਦਾ ਆ, ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ, ਪੇਟ 'ਚ ਗੜਬੜੀ ਸ਼ੁਰੂ ਹੋ ਜਾਂਦੀ ਆ, ਉਹ ਟੁੱਟ ਜਾਣਾ ਪੈਂਦਾ ਉਹਨਾਂ ਨੂੰ। ਜਦੋਂ ਹੁਣ ਖਾਣਾ ਖਾਧਾ ਉਸੇ ਵੇਲੇ ਆਪਾਂ ਉਹ ਖਾਣਾ ਬਾਹਰ ਨਿਕਲ ਗਿਆ, ਵੇਸਟ ਹੋ ਗਿਆ, ਤੇ ਉਹਦੇ ਵਿੱਚੋਂ ਜਦੋਂ ਉਹ ਤੱਤ ਹੀ ਨਹੀਂ ਨਿਕਲ ਰਹੇ ਜਿਹੜੇ ਸਾਡੇ ਸਰੀਰ ਨੂੰ ਚਾਹੀਦੇ ਹੈਗੇ ਆ, ਸਰ ਹਰ ਪ੍ਰਕਾਰ ਦੀ ਕਮਜ਼ੋਰੀ ਆਉਂਦੀ ਹੈ। ਸਰੀਰਕ ਵੀਕਨੈਸ ਆ, ਜੇ ਬੈਠ ਕੇ ਉੱਠਣਗੇ ਤਾਂ ਅੱਖਾਂ ਮੂਹਰੇ ਹਨੇਰ ਨਹੀਂ ਆਊਗੀ, ਗੋਡੇ ਦਰਦ ਕਰੂਗੇ, ਟੁਲਟ ਬੈਠਣ ਲੱਗਿਆਂ ਦੇ ਵੀ ਪੈਰ ਸੌ ਜਾਣੇ ਆ। ਜਦੋਂ ਇਹ ਚੀਜ਼ ਹੋਣੀ ਸ਼ੁਰੂ ਹੋ ਗਈ ਫਿਰ ਸੈਕਸ਼ੂਅਲ ਵੀਕਨੈਸ ਵੀ ਆਉਣੀ ਆ ਅਗਰ ਜੈਂਟਸ ਪਰਸਨ ਹੈਗੇ ਆ। ਔਰ ਜਦੋਂ ਸਾਡਾ ਜਿਹੜੇ ਪੌਸ਼ਟਿਕ ਤੱਤ ਆ ਉਹ ਸਾਡੇ ਅੰਦਰ ਨਹੀਂ ਹੈਗੇ, ਸਰ ਸਾਡੇ ਸਰੀਰ ਦਾ ਹਰ ਔਰਗਨ ਕਮਜ਼ੋਰ ਹੋਣਾ, ਇਮਿਊਨਿਟੀ ਸਿਸਟਮ ਵੀਕ ਹੋ ਜਾਣਾ। ਕੋਈ ਵੀ ਬਿਮਾਰੀ ਅਗਰ ਇੱਦਾਂ ਦੇ ਪਰਸਨ ਨੂੰ ਬੁਖਾਰ ਵੀ ਚੜ੍ਹਨਾ ਸ਼ੁਰੂ ਹੋ ਜਾਏ ਤਾਂ ਜਲਦੀ ਬੁਖਾਰ ਵੀ ਨਹੀਂ ਉਤਰਦਾ ਹੈਗਾ। ਆਟੋ ਇਮਿਊਨ ਡਿਸੀਜ਼ਜ਼ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਜ਼ਿਆਦਾ ਇਹਨਾਂ ਤੋਂ ਪੀੜਤ ਹੋ ਜਾਂਦੇ ਹੈਗੇ, ਬਾਰ-ਬਾਰ ਟੁੱਟ ਜਾਣ ਦੀ ਵਜ੍ਹਾ ਦੇ ਨਾਲ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਹੈ ਟੁੱਟ ਦੇ। ਸੋ ਬਹੁਤ ਸਾਰੀਆਂ ਪ੍ਰੋਬਲਮਾਂ ਹੈਗੀਆਂ ਜਿਹੜੀਆਂ ਇਸ ਕਰਕੇ ਆਉਂਦੀਆਂ। ਔਰ ਜਿਨ੍ਹਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਹੋ ਰਿਹਾ ਉਹਨਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੋ ਸਕਦੀ ਆ,
ਹੈ ਨਾ, ਉਹਨਾਂ ਨੂੰ ਫਿਸਟੁਲਾ ਜਿਹੜਾ ਭਗੰਦਰ ਹੈਗਾ ਇਹ ਕਰੂਗਾ ਫਿਰ ਪੇਟ ਦੀ ਬਿਮਾਰੀ ਸਰ ਬਿਲਕੁਲ। ਇਹਦੇ ਵਿੱਚ ਅਸੀਂ ਉਹ ਚੀਜ਼ਾਂ ਪਾਈਆਂ ਹੈਗੀਆਂ ਆ ਜਿਹਦੇ ਨਾਲ ਪੇਟ ਬਿਲਕੁਲ ਸਾਫ਼ ਹੋਊਗਾ। ਲੋਕਾਂ ਨੂੰ ਵੀ ਦੱਸ ਸਕਦੇ ਹੋ ਕਿ ਇਹੀ ਸੁਜੈਸਟ ਕਰਦੇ ਹੋ ਵੀ ਸਾਤੋਂ ਹੀ ਲੈ ਲਓ, ਅਸੀਂ ਦੱਸਣਾ ਨਹੀਂ? ਨਹੀਂ ਸਰ, ਬਿਲਕੁਲ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਘਰ ਬਣਾ ਸਕਦੇ ਆ। ਘਰ ਬਣਾ ਸਕਦੇ ਆ। ਕੀ ਹੈ ਜੀ ਦੱਸੋ? ਇਹਦੇ ਵਿੱਚ ਦੇਖੋ ਜੀ, ਇੱਕ ਤਾਂ ਮੋਰਿੰਗਾ ਲੀਫ ਪਾਏ ਹੋਏ ਆ, ਇੱਕ ਮਿੰਟ ਪਾਇਆ ਹੋਇਆ, ਇਹਦੇ ਵਿੱਚ ਮਿੰਟ ਲੀਫਸ ਪਾਏ ਹੋਏ ਆ, ਇਹਦੇ ਵਿੱਚ ਜੀਰਾ ਪਾਇਆ ਹੋਇਆ, ਇਹਦੇ ਵਿੱਚ ਸੌਂਫ ਪਾਈ ਹੋਈ ਆ, ਦਾਲਚੀਨੀ ਪਾਈ ਹੋਈ ਆ, ਅਜਵਾਇਣ ਪਾਈ ਹੋਈ ਆ, ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਇੱਕ ਰੇਸ਼ੋ ਦੇ ਹਿਸਾਬ ਨਾਲ ਪਾਈਆਂ ਹੋਈਆਂ। ਪਾਚਕ ਅੰਮ੍ਰਿਤ ਅਸੀਂ ਨਾਮ ਇਹਦਾ ਇਸ ਕਰਕੇ ਰੱਖਿਆ ਕਿ ਹਰ ਉਹ ਪਰਸਨ ਜਿਹਨੂੰ ਕਬਜ਼ ਰਹਿੰਦੀ ਆ, ਜਿਹਨੂੰ ਗੈਸ ਰਹਿੰਦੀ ਆ, ਖਾਧਾ ਪੀਤਾ ਪਚ ਨਹੀਂ ਰਿਹਾ, ਜਾਂ ਜਿਹਨੂੰ ਬਾਰ-ਬਾਰ ਟਾਇਲਟ ਜਾਣਾ ਪੈਂਦਾ ਆ ਖਾਣੇ ਤੋਂ ਬਾਅਦ, ਮੋਟਾਪਾ ਆ ਰਿਹਾ, ਜਾਂ ਜਿਹਨੂੰ ਖਾਧਾ ਪੀਤਾ ਲੱਗਦਾ ਹੀ ਨਹੀਂ ਹੈਗਾ, ਉਹ ਬਿਲਕੁਲ ਕਮਜ਼ੋਰ ਹੈਗਾ, ਉਹ ਹਰ ਪ੍ਰਕਾਰ ਦਾ ਬੰਦਾ ਸਰ ਇਹਨੂੰ ਦਵਾਈ ਦੇ ਰੂਪ 'ਚ ਵਰਤ ਸਕਦਾ। 1 ਕੱਪ ਸਵੇਰੇ ਔਰ 1 ਕੱਪ ਸ਼ਾਮ, ਇਹਦਾ 1 ਚਮਚ ਜਿਹੜਾ ਹੈਗਾ 1 ਕੱਪ ਪਾਣੀ ਦੇ ਵਿੱਚ ਪਾ ਕੇ ਉਬਾਲਣਾ ਹੁੰਦਾ ਤੇ ਉਬਾਲੀ ਦਵਾ ਕੇ ਉਹਨੂੰ ਚਾਹ ਵਾਂਗ ਪੀਣਾ ਹੁੰਦਾ। ਚਾਹ ਨਹੀਂ ਪੀਣੀ ਹੁੰਦੀ, ਚਾਹ ਦੀ ਜਗ੍ਹਾ 'ਤੇ ਯੂਜ਼ ਕਰਨੀ ਹੁੰਦੀ ਆ ਚੀਜ਼ ਜਿਹੜੀ ਪਾਚਕ ਅੰਮ੍ਰਿਤ ਹੈ। ਸੋ ਇਹਦੇ ਵਿੱਚ ਉਹੀ ਜੜੀ ਬੂਟੀਆਂ ਆ, ਉਹੀ ਚੀਜ਼ਾਂ ਹੈਗੀਆਂ ਜਿਹੜੇ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਵਰਤ ਰਹੇ ਸੀ, ਔਰ ਅੱਜ ਸਾਡੇ ਘਰਾਂ ਦੇ ਵਿੱਚੋਂ ਨਿਕਲ ਗਈਆਂ ਉਹ ਚੀਜ਼ਾਂ। ਔਰ ਖਾਣ ਪੀਣ ਸਾਡਾ ਮੈਦੇ ਵਾਲੀਆਂ ਚੀਜ਼ਾਂ ਜ਼ਿਆਦਾ ਆ ਗਈਆਂ, ਫਾਸਟ ਫੂਡ ਜਾਂ ਦੇਰ ਨਾਲ ਪਚਣ ਵਾਲੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਆ ਗਈਆਂ ਹੈਗੀਆਂ, ਜਾਂ ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਵੀ ਸਵੇਰ ਨੂੰ ਅਸੀਂ ਕੰਮ 'ਤੇ ਜਾਣਾ ਹੁੰਦਾ ਤਾਂ ਆਪਾਂ ਬੈਠ ਕੇ ਭੋਜਨ ਜਿਹੜਾ ਆਪਾਂ ਖਾਣਾ ਹੈਗਾ ਉਹਨੂੰ ਤਸੱਲੀ ਦੇ ਨਾਲ ਖਾ ਨਹੀਂ ਪਾਉਂਦੇ। ਅਸੀਂ ਉੱਧਰੋਂ ਤਾਂ ਕਮੀਜ਼ ਦੇ ਬਟਨ ਲਾਉਣੇ ਹੁੰਦੇ ਆ ਅਤੇ ਉੱਧਰੋਂ ਸਾਨੂੰ ਇਹ ਹੁੰਦਾ ਵੀ ਅਸੀਂ ਇੱਕ ਬੁਰਕੀ ਵੀ ਮੂੰਹ ਦੇ ਵਿੱਚ ਪਾ ਲਈਏ ਕਿਉਂਕਿ ਜਾਣ ਦੀ ਜਲਦੀ ਹੁੰਦੀ ਆ। ਔਰ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਾਨੂੰ ਸਵੇਰ ਦਾ ਖਾਣਾ ਮਹਾਰਾਜਿਆਂ ਵਾਂਗ ਖਾਣਾ ਚਾਹੀਦਾ, ਦੁਪਹਿਰ ਦਾ ਖਾਣਾ ਰਾਜਕੁਮਾਰਾਂ ਵਾਂਗ ਖਾਣਾ ਚਾਹੀਦਾ, ਔਰ ਰਾਤ ਦਾ ਖਾਣਾ ਭਿਖਾਰੀਆਂ ਵਾਂਗ ਖਾਣਾ ਚਾਹੀਦਾ। ਪਰ ਸਾਡਾ ਉਲਟ ਹੋਇਆ, ਅਸੀਂ ਦੁਪਹਿਰ ਨੂੰ ਭਿਖਾਰੀਆਂ ਵਾਂਗ ਖਾਂਦੇ। ਮਹਾਰਾਜਿਆਂ ਵਾਂਗੂ ਕਿਵੇਂ ਤੇ ਰਾਜਿਆਂ ਵਾਂਗੂ ਕਿਵੇਂ? ਮਹਾਰਾਜਿਆਂ ਵਾਂਗ ਸਰ ਖਾਣਾ ਹੁੰਦਾ ਵੀ ਐਨ ਤਸੱਲੀ ਦੇ ਨਾਲ ਬੈਠੋ, ਰੱਜ ਕੇ ਖਾਣਾ ਖਾਣਾ ਹੈਗਾ ਆ। ਕੋਈ ਸਾਡੇ ਦਿਮਾਗ 'ਤੇ ਬੋਝ ਨਹੀਂ ਹੋਣਾ ਚਾਹੀਦਾ, ਉਸ ਵੇਲੇ ਖਾਣੇ ਦਾ ਆਨੰਦ ਮਾਣਨਾ ਚਾਹੀਦਾ। ਕੋਈ ਮੋਬਾਈਲ ਫੋਨ ਸਾਡੇ ਕੋਲ ਨਹੀਂ ਹੋਣਾ ਚਾਹੀਦਾ, ਕੋਈ ਟੀਵੀ ਨਹੀਂ ਚੱਲਦਾ ਹੋਣਾ ਚਾਹੀਦਾ, ਕੋਈ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਸਰ ਇੱਕ ਦੇਖ ਲੈਂਦੇ ਹੈਗੇ ਆ ਵੀ ਮੰਨ ਲਓ ਆਪਾਂ ਟੀਵੀ ਦੇਖਦੇ ਖਾਣਾ ਖਾਂਦੇ ਹਾਂ, ਇੱਕ ਬੰਦਾ ਜਿਹੜਾ ਬਿਨਾਂ ਟੀਵੀ ਤੋਂ ਖਾਣਾ ਖਾ ਰਿਹਾ, ਜਿਹੜਾ ਬਿਨਾਂ ਟੀਵੀ ਤੋਂ ਖਾਣਾ ਖਾ ਰਿਹਾ, ਬਿਨਾਂ ਟੀਵੀ ਦੇਖਦੇ ਹੋਏ, ਉਹ ਜਦੋਂ ਬੁਰਕੀ ਤੋੜੇਗਾ ਨਾ, ਅਗਰ ਉਹਦੇ ਕੋਲੋਂ ਬੁਰਕੀ ਵੱਡੀ ਟੁੱਟ ਗਈ, ਉਹਨੇ ਤੋੜ ਕੇ ਛੋਟੀ ਕਰਨੀ ਆ, ਔਰ ਜਿੰਨੀ ਉਹ ਚੰਗੀ ਤਰ੍ਹਾਂ ਚਬਾ ਸਕਦਾ, ਹਜ਼ਮ ਕਰ ਸਕਦਾ, ਉਹਨੇ ਉੱਡੀ ਬੁਰਕੀ ਮੂੰਹ ਦੇ ਵਿੱਚ ਪਾਉਣੀ ਆ। ਲੇਕਿਨ ਜਦੋਂ ਅਸੀਂ ਟੀਵੀ ਦੇਖਦੇ ਖਾਣਾ ਖਾਂਦੇ ਆ, ਜੇ ਬੁਰਕੀ ਛੋਟੀ ਟੁੱਟ ਗਈ ਉਹ ਵੀ ਖਾ ਲੈਣੀ, ਜੇ ਵੱਡੀ ਟੁੱਟ ਗਈ ਉਹਨੇ ਵੀ ਲਪੇਟ ਲੈਣਾ ਉਹਨੇ, ਕਿਉਂਕਿ ਧਿਆਨ ਖਾਣੇ 'ਚ ਨਹੀਂ ਹੁੰਦਾ, ਧਿਆਨ ਟੀਵੀ ਦੇ ਵਿੱਚ ਹੁੰਦਾ ਹੈਗਾ। ਸੋ ਜਿਹੜਾ ਰਾਜਕੁਮਾਰਾਂ ਵਾਲਾ ਖਾਣਾ ਹੈ ਸਰ, ਉਹ ਥੋੜ੍ਹਾ ਜਿਹਾ ਹਲਕਾ ਫੁਲਕਾ ਜਾਂਦਾ ਹੈਗਾ, ਮਤਲਬ ਥੋੜ੍ਹਾ ਬਹੁਤ ਦਿਮਾਗ 'ਤੇ ਟੈਨਸ਼ਨ ਰੱਖ ਕੇ ਵੀ ਮੈਂ ਥੋੜ੍ਹਾ ਖਾਣਾ ਹੈਗਾ। ਔਰ ਭਿਖਾਰੀਆਂ ਵਾਂਗ ਰਾਤ ਦਾ ਖਾਣਾ ਇੱਦਾਂ ਹੁੰਦਾ ਵੀ ਜੇ ਮਿਲ ਗਿਆ ਥੋੜ੍ਹਾ ਬਹੁਤ ਐਵੇਂ ਹੈ ਨਾ, ਉਹ ਖਾਣਾ ਹੁੰਦਾ ਹੈ। ਲੇਕਿਨ ਅਸੀਂ ਉਲਟਾ ਕਰਦੇ ਹਾਂ, ਅਸੀਂ ਸਵੇਰ ਨੂੰ ਥੋੜ੍ਹਾ ਬਹੁਤ ਖਾ ਕੇ ਭੱਜ ਲੈਂਦੇ ਹਾਂ ਕੰਮ 'ਤੇ, ਕਿਉਂਕਿ ਸਮਾਂ ਨਹੀਂ ਹੁੰਦਾ। ਦੁਪਹਿਰ ਨੂੰ ਜਿੱਥੇ ਅਸੀਂ ਕੰਮ 'ਤੇ ਗਏ ਹੁੰਦੇ ਹਾਂ, ਉੱਥੇ ਸਾਡੇ 'ਤੇ ਪ੍ਰੈਸ਼ਰ ਹੁੰਦਾ ਹੈਗਾ ਵੀ ਅੱਧਾ ਘੰਟਾ ਸਾਨੂੰ ਮਿਲਿਆ, ਉਹਦੇ ਵਿੱਚ ਹੀ ਆਪਾਂ ਖਾਣਾ ਵੀ ਖਾਣਾ ਹੁੰਦਾ ਆ। ਅਤੇ ਜਿਹਨਾਂ ਨੂੰ ਸਾਡੇ ਕੋਲੀਗਸ ਹੈਗੇ ਅਗਰ ਜਾਂ ਕੁਛ ਵੀ ਹੈ ਨਾ, ਉਹ ਜਾਂ ਜੇ ਆਪਾਂ ਮਜ਼ਦੂਰ ਵੀ ਹੈਗੇ ਆ, ਕਿਸੇ ਵੀ ਟਾਈਪ ਦਾ ਕੰਮ ਆ, ਅਤੇ ਸਾਡੇ 'ਤੇ ਪ੍ਰੈਸ਼ਰ ਹੁੰਦਾ ਹੈ ਕਿ ਇੰਨੇ ਟਾਈਮ ਦੇ ਵਿੱਚ ਆਪਾਂ ਫਾਰਗ ਹੋਣਾ ਹੈ ਖਾਣੇ ਤੋਂ, ਤਾਂ ਆ ਜਾਓ। ਰਾਤ ਨੂੰ ਜਦੋਂ ਅਸੀਂ ਘਰ ਆਉਂਦੇ ਹਾਂ, ਉਸ ਵੇਲੇ ਸਾਨੂੰ ਹੁੰਦਾ ਜੀ ਵੀ ਹੁਣ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈਗਾ, ਅਸੀਂ ਫਿਰ ਤਸੱਲੀ ਕਰਦੇ ਹਾਂ ਉਸ ਵੇਲੇ ਖਾਣੇ ਦੀ। ਜਦ ਕਿ ਉਲਟਾ ਕੰਮ ਹੋ ਜਾਂਦਾ ਜਦੋਂ ਆਪਾਂ ਰਾਤ ਨੂੰ ਬਹੁਤ ਰੱਜ ਕੇ ਖਾਣਾ ਖਾਂਦੇ ਹਾਂ, ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦੇ ਹਾਂ, ਕਿਉਂਕਿ ਉਸ ਵੇਲੇ ਜਿਹੜਾ ਸਮਾਂ ਸਾਡੇ 'ਤੇ ਸਵੇਰ ਨੂੰ ਹੋਣਾ ਚਾਹੀਦਾ ਉਹ ਸ਼ਾਮ ਨੂੰ ਹੁੰਦਾ। ਉਹ ਖਾਣਾ ਸਰ, ਖਾਣਾ ਖਾਣ ਤੋਂ ਬਾਅਦ ਇੱਕ ਤਾਂ ਲੇਟ ਖਾਂਦੇ ਹਾਂ ਆਪਾਂ, ਖਾਣਾ ਖਾ ਕੇ ਉਸੇ ਵੇਲੇ ਆਪਾਂ ਬੈੱਡ 'ਤੇ ਚੱਲ ਜਾਣਾ। ਜਦੋਂ ਬੈੱਡ 'ਤੇ ਚੱਲ ਗਿਆ ਸਰ, ਖਾਣਾ ਪਚਣਾ ਨਹੀਂ ਹੈਗਾ। ਔਰ ਸਵੇਰ ਨੂੰ ਇੱਕ ਪਹਿਲਾਂ ਹੁੰਦੀ ਸੀ ਵੀ ਸਵੇਰ ਨੂੰ ਜਦੋਂ ਅਸੀਂ ਪੇਟ ਸਾਫ਼ ਕਰਨਾ ਹੁੰਦਾ ਸੀ ਤਾਂ ਘਰਾਂ ਤੋਂ ਬਾਹਰ ਜਾਂਦੇ ਹੁੰਦੇ ਸੀ, ਅੱਧਾ ਕਿਲੋਮੀਟਰ ਤੁਰ ਕੇ ਜਾਣਾ। ਉਦੋਂ ਤੱਕ ਐਨ ਪੇਟ 'ਤੇ ਪ੍ਰੈਸ਼ਰ ਬਣ ਜਾਂਦਾ ਸੀਗਾ, ਅੱਧਾ ਕਿਲੋਮੀਟਰ ਤੁਰ ਕੇ ਜਾਣਾ, ਉੱਥੇ ਜਾ ਕੇ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਸੀ। ਹੁਣ ਰਾਤ ਨੂੰ ਲੇਟ ਖਾਣਾ ਖਾ ਕੇ ਸੁੱਤੇ ਹਾਂ, ਔਰ ਲੋੜ ਤੋਂ ਵੱਧ ਖਾ ਕੇ ਸੁੱਤੇ ਹਾਂ, ਕਿਉਂਕਿ ਭੁੱਖ ਲੱਗੀ ਹੁੰਦੀ ਹੈ। ਔਰ ਸਵੇਰ ਨੂੰ ਉੱਠਦੇ ਹੀ ਟਾਇਲਟ 'ਚ ਵੜ ਜਾਂਦੇ ਹਾਂ, ਨਾ ਘੁੰਮੇ, ਨਾ ਕੁਛ ਪਾਣੀ ਪੀਤਾ, ਨਾ ਕੁਛ ਇੱਦਾਂ ਦੀ ਚੀਜ਼ ਹੁੰਦੀ ਹੈਗੀ ਆ, ਅਤੇ ਪੇਟ ਸਾਫ਼ ਹੀ ਨਹੀਂ ਹੁੰਦਾ ਹੈਗਾ ਸਾਡਾ। ਉੱਥੋਂ ਬਿਮਾਰੀਆਂ ਜਨਮ ਲੈਣਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਜਦੋਂ ਅਸੀਂ ਪਾਚਕ ਅੰਮ੍ਰਿਤ ਦਾ 1 ਕੱਪ ਪੀ ਲੈਣਾ, ਇਹਨੇ ਉਸ ਖਾਣੇ ਨੂੰ ਪਚਾਉਣਾ ਸ਼ੁਰੂ ਕਰ ਦੇਣਾ। ਜੇ ਆਪਾਂ ਥੋੜ੍ਹਾ ਬਹੁਤ ਜ਼ਿਆਦਾ ਵੀ ਖਾ ਲਿਆ ਨਾ ਰਾਤ ਨੂੰ, ਇਹਨੇ ਉਹਨੂੰ ਵੀ ਪਚਾਉਣਾ। ਜਿਨ੍ਹਾਂ ਦਾ ਵਜ਼ਨ ਜ਼ਿਆਦਾ, ਉਹ ਇਹਦਾ 1 ਕੱਪ ਖਾਣਾ ਖਾਣ ਤੋਂ ਬਾਅਦ ਪੀਣ। ਜਿਹੜੇ ਦਬਲੇ ਪੁਤਲੇ ਹੈਗੇ ਆ ਔਰ ਉਹ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਆ,
ਉਹ ਖਾਣਾ ਖਾਣ ਤੋਂ ਪਹਿਲਾਂ ਅੱਧਾ ਕੁ ਘੰਟਾ ਪਹਿਲਾਂ ਇੱਕ ਕੱਪ ਪੀ ਲੈਣ। ਉਹਦੇ ਨਾਲ ਉਹਨਾਂ ਦੀ ਭੁੱਖ ਵਧਣੀ ਸ਼ੁਰੂ ਹੋ ਜਾਣੀ ਹੈ, ਹਾਜ਼ਮਾ ਦਰੁਸਤ ਹੋਣਾ ਸ਼ੁਰੂ ਹੋ ਜਾਣਾ। ਔਰ ਅਗਰ ਉਹ ਖਾਣਾ ਖਾਣਗੇ ਤਾਂ ਉਹ ਕਿਉਂਕਿ ਭੁੱਖ ਵਧੀਆ ਹੋਣੀ ਆ, ਹਾਜ਼ਮਾ ਦਰੁਸਤ ਆ, ਚੰਗੀ ਤਰ੍ਹਾਂ ਖਾਣਾ ਪਚਣਾ ਉਹਨਾਂ ਨੂੰ, ਤੇ ਪੌਸ਼ਟਿਕ ਤੱਤ ਅੰਗਾਂ ਤੱਕ ਪਹੁੰਚਣੇ ਆ, ਤੇ ਉਹਨਾਂ ਦੇ ਸਰੀਰ ਦਾ ਵਜ਼ਨ ਵੀ ਵਧੂਗਾ, ਤੰਦਰੁਸਤੀ ਵੀ ਆਊਗੀ। ਬਿਲਕੁਲ। ਤੇ ਜਿਵੇਂ ਤੁਸੀਂ ਇਹ ਪਾਚਕ ਅੰਮ੍ਰਿਤ ਦੀ ਗੱਲ ਕੀਤੀ ਹੈ, ਤਾਂ ਇਹ ਇੱਥੇ ਆ ਕੇ ਹੀ ਮਿਲੂਗਾ ਜਾਂ ਇਹਨੂੰ ਤੁਸੀਂ ਪਾਰਸਲ ਵੀ ਕਰ ਦਿੰਦੇ ਹੋ? ਸਰ ਬਿਲਕੁਲ, ਜਿੱਦਾਂ ਅਸੀਂ ਨੇਵਲ ਅੰਮ੍ਰਿਤ ਜਿਹੜਾ ਹੈਗਾ ਆ ਉਹਦੀ ਸੁਵਿਧਾ ਦਿੱਤੀ ਹੈਗੀ ਆ ਸਾਥੀਆਂ ਨੂੰ, ਵੀ ਜਿਹੜੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਪਾਰਸਲ ਕੀਤਾ ਹੈਗਾ। ਅਸੀਂ ਨੇਵਲ ਅੰਮ੍ਰਿਤ ਦੇ ਨਾਲ ਪਾਚਕ ਅੰਮ੍ਰਿਤ ਜਿਹੜਾ ਹੈਗਾ ਆ ਇਹ ਵੀ ਪਹੁੰਚਾਵਾਂਗੇ ਬਾਈ ਕੋਰੀਅਰ, ਇਹ ਵੀ ਪਹੁੰਚਾ ਸਕਦੇ ਹੈਗੇ ਆ। ਲੇਕਿਨ ਅਸੀਂ ਰਿਕੁਐਸਟ ਇਹ ਜ਼ਰੂਰ ਕਰਦੇ ਹੈਗੇ ਆ ਵੀ ਅਗਰ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਆ, ਅਸੀਂ ਇੱਥੋਂ ਤੱਕ ਵੀ ਕਹਾਂਗੇ ਕਿ ਅਗਰ ਨੇਵਲ ਅੰਮ੍ਰਿਤ ਤੋਂ ਵੀ ਤੁਸੀਂ ਬਚਣਾ ਚਾਹੁੰਦੇ ਆ ਤੇ ਤੁਹਾਡੇ ਲਈ ਪਾਚਕ ਅੰਮ੍ਰਿਤ ਜਿਹੜਾ ਹੈਗਾ ਆ ਇਹ ਬਹੁਤ ਵਧੀਆ ਸਾਬਤ ਹੋ ਸਕਦਾ ਆ, ਕਿਉਂਕਿ ਭਵਿੱਖ ਦੇ ਵਿੱਚ ਜਿਹੜੇ ਬੀਪੀ, ਸ਼ੂਗਰ, ਬਵਾਸੀਰ ਦੇ ਨਾਲ ਮਤਲਬ ਕਿ ਪੀੜਤ ਹੋਣ ਵਾਲੇ ਨੇ ਉਹ ਬਚ ਜਾਣਗੇ। ਇੱਕ ਮਤਲਬ ਕਿ ਇਹ ਦਵਾਈ ਹੈ, ਵੈਕਸੀਨ ਕਹਿ ਲਈਏ ਆਪਾਂ, ਵੈਕਸੀਨ ਆਪਾਂ ਕਹਿ ਲਈਏ ਕਿ ਉਹ ਤੋਂ ਬਚਾਅ ਹੈਗਾ ਆ। ਸਿਆਣੇ ਕਹਿੰਦੇ ਆ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੈ। ਦੇਖੋ ਅਸੀਂ ਜਦੋਂ ਚਾਹ ਪੀਣੀ ਸ਼ੁਰੂ ਕਰ ਲਈ ਨਾ, ਉਹਦੇ ਨਾਲ ਸੈਂਕੜੇ ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਆ ਉਹ ਅਸੀਂ ਸਹੇੜ ਲਈਆਂ। ਅਸੀਂ ਚਾਹ ਦਾ ਬਦਲ ਦੇਣਾ ਚਾਹੁੰਦੇ ਹਾਂ। ਇੱਕ ਤਾਂ ਜਦੋਂ ਚਾਹ ਪੱਤੀ, ਖੰਡ ਔਰ ਦੁੱਧ ਆਪਸ ਦੇ ਵਿੱਚ ਰਲਦੇ ਆ ਤਾਂ ਇੱਕ ਕੈਮੀਕਲ ਰਿਐਕਟ ਹੁੰਦਾ ਹੈਗਾ, ਕੈਮੀਕਲ ਰਿਐਕਸ਼ਨ ਹੁੰਦਾ ਜਿਹਦਾ ਸਾਡੇ ਲੀਵਰ 'ਤੇ ਬਹੁਤ ਬੁਰਾ ਅਸਰ ਪੈਂਦਾ, ਕੈਂਸਰ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਆ ਔਰ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਾਂ। ਤੇ ਇੱਕ ਤਾਂ ਅਸੀਂ ਉਸ ਨਾਮੁਰਾਦ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਉਦਾਂ ਹੀ ਬਚਾਅ ਕਰ ਲਾਂਗੇ ਜਦੋਂ ਆਪਾਂ ਚਾਹ ਛੱਡ ਦੇਣੀ ਆ। ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਜਦੋਂ ਆਪਾਂ ਇਹ ਪਾਚਕ ਅੰਮ੍ਰਿਤ ਲੈਣਾ ਸ਼ੁਰੂ ਕਰ ਲਿਆ ਤੇ ਇਹਦੇ ਵਿੱਚ ਚੀਜ਼ਾਂ ਹੀ ਉਹ ਪਾਈਆਂ ਅਸੀਂ ਜਿਹੜੀਆਂ ਸਾਨੂੰ ਬਿਮਾਰੀਆਂ ਤੋਂ ਰਾਹਤ ਦਿੰਦੀਆਂ ਹੈਗੀਆਂ, ਜਿਨ੍ਹਾਂ ਨੇ ਬਿਮਾਰੀ ਸਾਨੂੰ ਹੋਣੇ ਹੀ ਨਹੀਂ ਦੇਣੀ ਹੈ। ਔਰ ਜਦੋਂ ਆਪਾਂ ਇਹਦਾ ਕੱਪ ਪੀਣਾ ਸ਼ੁਰੂ ਕਰ ਲਿਆ ਸਰ, ਜਿਹੜੇ ਮੋਟੇ ਆ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਣਾ, ਮੋਟਾਪਾ ਘਟਣਾ ਸ਼ੁਰੂ ਹੋ ਜਾਣਾ, ਜਿਹੜੀ ਫਾਲਤੂ ਚਰਬੀ, ਫਾਲਤੂ ਫੈਟ ਹੈਗੀ ਆ ਉਹ ਘਟਣੀ ਸ਼ੁਰੂ ਹੋ ਜਾਣੀ ਆ। ਤੇ ਜਿਹੜੇ ਪਤਲੇ ਹੈਗੇ, ਆਪਣਾ ਵਜ਼ਨ ਵਧਾਉਣਾ ਚਾਹੁੰਦੇ ਆ, ਜਿਹਨਾਂ ਨੂੰ ਖਾਧਾ ਪੀਤਾ ਲੱਗਦਾ ਹੀ ਨਹੀਂ ਹੈਗਾ, ਉਹ ਜਿਹੜੇ ਹੈਗੇ ਆ ਅਗਰ ਵਰਤੂਗੇ ਤੇ ਉਹਨਾਂ ਦਾ ਵਜ਼ਨ ਵਧਣਾ ਸ਼ੁਰੂ ਹੋ ਜਾਣਾ, ਉਹਨਾਂ ਨੂੰ ਤੰਦਰੁਸਤੀ ਆਉਣੀ ਸ਼ੁਰੂ ਹੋ ਜਾਣੀ ਹੈਗੀ ਆ। ਔਰ ਹਾਜ਼ਮਾ ਸਭ ਤੋਂ ਵੱਡੀ ਗੱਲ ਹੈਗੀ ਆ, ਸਾਡੀ ਜਿਹੜੀ ਪਾਚਨ ਸ਼ਕਤੀ ਆ ਉਹ ਬਿਲਕੁਲ ਦਰੁਸਤ ਹੋ ਜਾਣੀ ਹੈਗੀ ਆ ਸਾਡੀ। ਬਿਲਕੁਲ। ਸੋ ਸ਼ਰਮਾ ਜੀ, ਪੂਰਾ ਨਾਮ ਦੱਸਿਓ ਸਰ। ਹਾਂਜੀ, ਡਾਕਟਰ ਅਜੇ ਸ਼ਰਮਾ। ਨਮਸਕਾਰ ਜੀ। ਜੀ ਸਰ, ਆਯੁਰਵੈਦ ਦੇ ਵਿੱਚ ਬਹੁਤ ਸਾਰੇ ਲੋਕ ਸੁਜੈਸ਼ਨ ਦੇ ਦਿੰਦੇ ਆ ਵੀ ਬਹੁਤ ਲੋਕਾਂ ਨੂੰ ਵੀ ਜੇ ਕੋਈ ਕੰਮ ਕਰਨਾ ਤਾਂ ਆਯੁਰਵੈਦ ਵਾਲਾ ਵੀ ਕਰ ਲਓ ਸ਼ੁਰੂ। ਨੁਸਖੇ ਕਹਿੰਦੇ ਗੂਗਲ ਤੋਂ ਮਿਲ ਜਾਂਦੇ ਆ ਵੀ ਆ ਤਾਂ ਬਹੁਤ ਵਧੀਆ ਕੰਮ ਹੈ। ਮੈਂ ਇਹ ਜਾਣਨਾ ਚਾਹੁੰਦਾ ਪਹਿਲਾਂ ਵੀ ਜਿਵੇਂ ਤੁਹਾਡੇ ਮੋਹਰੇ ਨਾਂ ਦੇ ਨਾਲ ਡਾਕਟਰ ਲੱਗਦਾ, ਤਾਂ ਤੁਸੀਂ ਇਹ ਡਿਗਰੀ ਕੀਤੀ ਹੋਈ ਹੈ ਜਾਂ ਆਪ ਹੀ ਲਾਇਆ ਹੋ? ਜਿਵੇਂ ਲੋਕ ਕਹਿੰਦੇ ਆ ਵੀ ਵੈਦ ਬਣਨਾ ਤਾਂ ਬਹੁਤ ਸੌਖੀ ਗੱਲ ਹੈ ਬਾਈ। ਨਹੀਂ, ਮੈਂ BMS ਦੀ ਡਿਗਰੀ ਕੀਤੀ ਹੋਈ, ਜੋ ਕਿ 5.5 ਸਾਲ ਦੀ ਹੁੰਦੀ ਡਿਗਰੀ। ਅੱਛਾ ਜੀ। ਤੇ ਹਾਂਜੀ, ਤੇ ਇਸ ਤੁਸੀਂ ਕੀ ਦੇਖਦੇ ਹੋ ਇੱਥੇ ਨੇਵਲ ਅੰਮ੍ਰਿਤ ਦੇ ਵਿੱਚ? ਹਾਂਜੀ, ਨੇਵਲ ਅੰਮ੍ਰਿਤ ਦੇ ਜੋ ਪ੍ਰੋਡਕਟਸ ਹੈ, ਇਹਨਾਂ ਦੀ ਜੋ गुणवत्ता है या फिर कह दिए एक्यूरेसी है, दैट इज़ गुड और हेल्थ के लिए अच्छी है। जैसे बीमारियां में थायरॉयड होया, शुगर होया एंड BP, इन्हां दा एलोपैथी च किते भी क्योर नहीं है, राइट। एंड अगे जेकर असी आयुर्वेदां तो नेवल अमृत थ्रू 6 महीने च या 1 साल च इन्हां तो रिलीफ पा रहे हैं, दैन दिस इज़ वेरी गुड। बिकॉज एलोपैथी च पूरी जिंदगी सानू लैनी पैंदियां, फिर भी कोई क्योर नहीं है, ਫਿਰ ਵੀ ਕਿਤੇ ਇਹਦਾ ਟ੍ਰੀਟਮੈਂਟ ਜੜ ਤੋਂ ਖਤਮ ਕਰਦੀ ਹੈ ਜੀ। ਤੇ ਜੇ ਕੋਈ ਕਹਿ ਦੇ ਵੀ ਅਸੀਂ ਤਾਂ 1 ਸਾਲ ਖਾਧੀ ਹੈ ਜੀ, ਸਾਨੂੰ ਤਾਂ ਲੁੱਟੋ ਤੋਂ ਇਲਾਵਾ ਕੁਝ ਨਹੀਂ ਲੱਗਿਆ ਜੀ, ਫਿਰ ਉਹ ਲੋਕਾਂ ਨੂੰ ਕੀ ਜਵਾਬ ਹੈ? ਨਹੀਂ, ਜਿਸ ਤਰ੍ਹਾਂ ਹੁਣ ਦੱਸਿਆ ਤੁਹਾਨੂੰ ਪਹਿਲਾਂ ਸੰਜੀਵ ਜੀ ਨੇ ਵੀ ਕਿ ਜੇਕਰ ਨਾਲ ਪਰਹੇਜ਼ ਕਰ ਰਹੇ ਹੋ, ਬਿਕੋਜ਼ ਆਯੁਰਵੇਦਾ 'ਚ ਪਰਹੇਜ਼ ਵੀ ਨਾਲ ਜ਼ਰੂਰੀ ਹੈ। ਹੁਣ ਅਸੀਂ ਬਿਲਕੁਲ ਓਨਲੀ ਮੈਡੀਸਿਨ ਲੈ ਲਈਏ, ਦੈਟ ਇਜ਼ ਨੋਟ ਕਿਉਰ। ਠੀਕ ਹੈ ਜੀ। ਪਰਹੇਜ਼ ਹੁਣ ਐਲੋਪੈਥੀ 'ਚ ਇਸ ਤਰ੍ਹਾਂ ਹੁੰਦਾ ਕਿ ਜੇਕਰ ਇਹ ਸ਼ੂਗਰ ਹੈ, ਇਨਸੂਲਿਨ ਜੋ ਬੋਡੀ ਦੇ ਅੰਦਰ ਬਣਦਾ ਉਹੀ ਅਸੀਂ ਬਾਹਰ ਤੋਂ ਦੇ ਦਿੰਦੇ, ਠੀਕ ਹੈ। ਉਹ ਨਾਲ ਦੀ ਨਾਲ ਕੰਟੀਨਿਊ ਰੱਖਦੇ, ਪਰਹੇਜ਼ ਦੀ ਕੋਈ ਜ਼ਰੂਰਤ ਨਹੀਂ ਹੈ, ਠੀਕ ਹੈ ਜੀ। ਬਟ ਜੋ ਆਯੁਰਵੇਦਾ ਦਾ ਵਰਕ ਕੀ ਹੈ, ਜੇਕਰ ਇਨਸੂਲਿਨ ਬੋਡੀ ਨਹੀਂ ਬਣਾ ਪਾ ਰਹੀ, ਉਹਨੂੰ ਦੁਬਾਰਾ ਬਣਾਉਣ ਲਈ ਬੋਡੀ ਦੇ ਸੈਲਸ ਨੂੰ ਐਕਟੀਵੇਟ ਕਰਨਾ, ਠੀਕ ਹੈ ਜੀ। ਉਹਦੇ ਲਈ ਕੀ ਹੈ ਕਿ ਪਰਹੇਜ਼ ਬੋਡੀ ਨੂੰ ਇੰਨੀ ਸ਼ਮਤਾ ਜਾਂ ਫਿਰ ਇੰਨੀ ਐਫੀਸ਼ੀਐਂਸੀ ਬੋਡੀ 'ਚ ਲਿਆਉਣ ਲਈ ਉਹਨੂੰ ਕੁਝ ਪਰਹੇਜ਼ ਵੀ ਕਰਨਾ ਪੈਣਾ, ਠੀਕ ਹੈ ਜੀ। ਬਿਕੋਜ਼ ਬੋਡੀ ਨੇ ਉਹਦੇ ਅਗੇਂਸਟ ਜਾ ਕੇ ਲੜਨਾ, ਜੇਕਰ ਪਹਿਲਾਂ ਹੀ ਉੱਧਰ ਪਾਵਰ ਜ਼ਿਆਦਾ ਹੋਏਗੀ ਫਿਰ ਪੋਸੀਬਲ ਨਹੀਂ ਹੋਏਗਾ। ਸੋ ਇਟ ਪਰਹੇਜ਼ ਜ਼ਰੂਰੀ ਹੈ ਨਾਲ। ਇਸ ਤਰ੍ਹਾਂ ਨਹੀਂ, ਸਾਡੇ ਕੋਲ ਪੇਸ਼ੈਂਟ ਵੀ ਹੈ ਜਿਨ੍ਹਾਂ ਦਾ ਕਿਉਰ ਹੋਇਆ, ਰਿਲੀਫ ਮਿਲਿਆ। ਸੋ ਇੱਦਾਂ ਹਾਂਜੀ, ਇਸ ਤਰ੍ਹਾਂ ਕੁਛ ਬਹੁਤ ਸਾਰੇ ਵੈਦ ਹੈਗੇ ਨੇ, ਪਰ ਉਹ ਦਿੰਦੇ ਨੇ ਦਵਾਈ ਵੀ ਆਯੁਰਵੇਦ ਦੇ ਜ਼ਰੀਏ ਦੇ ਦਿੰਦੇ ਨੇ, ਪਰ ਉਹਨਾਂ ਕੋਲ ਡਿਗਰੀ ਨਹੀਂ ਹੁੰਦੀ ਜੀ। ਉੱਥੋਂ ਨੁਸਖੇ ਦੱਸ ਕੇ ਉਹਦਾ ਵੀ ਕੋਈ ਫਰਕ ਪੈਂਦਾ ਹੈ ਵੀ ਉਹ ਵੀ ਕਹਿ ਦਿੰਦੇ ਵੀ ਪਰਹੇਜ਼ ਕਰੋ, ਜਾਂ ਲਈ ਜਾ ਸਕਦੀ ਹੈ ਵੀ ਜੇ ਤੋਂ ਮਰਜ਼ੀ ਚੰਗਾ ਨੁਸਖਾ ਜੇ ਤੋਂ ਮਰਜ਼ੀ ਲੈ ਲਓ?
ਨਹੀਂ ਇਸ ਤਰ੍ਹਾਂ ਹੈ, ਜੇਕਰ ਡਿਗਰੀ ਕੀਤੀ ਹੋਈ ਅਤੇ ਨਹੀਂ ਕੀਤੀ ਹੋਈ ਦੋਨਾਂ 'ਚ ਫਰਕ ਤਾਂ ਹੁੰਦਾ ਹੀ ਹੈ ਜੀ। ਇਹ ਤਾਂ ਹੁਣ ਲੋਕੀ ਇਹ ਐਕਸਪੈਰੀਮੈਂਟ ਕਰਕੇ ਯੂਜ਼ ਕਰਕੇ ਵੀ ਪਤਾ ਲੱਗ ਜਾਂਦਾ ਉਹਨਾਂ ਨੂੰ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਕਿ ਨਹੀਂ, ਉਹ ਆਪਾਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਠੀਕ ਹੈ ਜੀ। ਇਹ 'ਚ ਤਾਂ ਇੰਨੇ ਕਿ ਜਿਹਨੇ ਡਿਗਰੀ ਕੀਤੀ ਹੋਈ ਅਤੇ ਨਹੀਂ ਕੀਤੀ ਹੋਈ ਡਿਫਰੈਂਸ ਤਾਂ ਉਹਨਾਂ 'ਚ ਹੋਏਗਾ ਹੈ ਨਾ ਜੀ। ਸੰਜੀਵ ਜੀ, ਇੱਕ ਹੋਰ ਗੱਲ ਮੈਂ ਦੇਖੀ ਆ, ਵੈਦ ਇਹ ਵੀ ਕਹਿੰਦੇ ਦਿਖਦੇ ਆ, ਉਹ ਕਹਿੰਦੇ ਵੀ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਕਿਹੜੀ ਬੂਟੀ ਕਿਵੇਂ ਕੰਮ ਕਰਦੀ ਹੈ। ਤੁਸੀਂ ਜਾ ਕੇ ਕਹਿੰਦੇ ਕਿਤੇ ਘਾਹ 'ਚ ਵੀ ਬੈਠ ਜਿਓ ਤੇ ਉੱਥੇ ਵੀ ਤੁਹਾਨੂੰ ਤੁਹਾਡੀ ਬਿਮਾਰੀ ਦਾ ਕੋਈ ਨਾ ਕੋਈ ਇਲਾਜ ਮਿਲ ਜਾਣਾ। ਹੁਣ ਅਸੀਂ ਘਾਹ 'ਚ ਬੈਠੇ ਆ, ਇੱਥੇ ਆ ਬੂਟੀਆਂ 4-5 ਤਰ੍ਹਾਂ ਦੀਆਂ ਹੈ ਵੀ ਆ, ਤੇ ਇਹ ਕੀ ਇਹਨਾਂ 'ਚ ਕੋਈ ਹੈਗੀ ਹੈ ਬਿਮਾਰੀ ਦੇ ਇਲਾਜ ਵਾਲੀ ਆਪਣੀ? ਸਰ ਬਿਲਕੁਲ ਜੀ। ਜੇ ਆਪਾਂ ਆ ਦੇਖੋ, ਆ ਨੂੰ ਆਪਾਂ ਪੁੱਠ ਕੰਡਾ ਕਹਿ ਦਿੰਦੇ ਆ। ਜਿਹੜੀ ਆਯੁਰਵੇਦ ਦੇ ਵਿੱਚ ਇਹਦਾ ਨਾਮ ਹੈਗਾ, ਇਹਨੂੰ ਅਪਮਾਰਗ ਦੇ ਬੀਜ ਕਹਿ ਦਿੰਦੇ ਆਪਾਂ। ਅੱਛਾ ਜੀ। ਅਪਮਾਰਗ ਦੇ ਬੀਜ, ਚਿੜਚੱਟਾ ਵੀ ਕਹਿੰਦੇ ਆ ਸਰ ਇਹਨੂੰ। ਇਹਦੇ ਬਹੁਤ ਸਾਰੇ ਕੰਮ ਹੈਗੇ ਆ ਸਰ। ਇਹਦੇ ਜਿਹੜੇ ਬੀਜ ਹੁੰਦੇ ਹੈਗੇ ਆ, ਅਪਮਾਰਗ ਦੇ ਬੀਜ, ਜਿਹੜੀ ਪਿੱਤੇ 'ਚ ਪੱਥਰੀ ਹੁੰਦੀ ਆ, ਅੱਛਾ, ਉਹਨੂੰ ਕੱਢਣ ਦੇ ਕੰਮ ਆਉਂਦੇ ਆ ਸਰ। ਇਹ ਖਾਣੇ ਪੈਂਦੇ ਆ ਜੀ? ਬਿਲਕੁਲ ਸਰ। ਇਹ ਉਹ ਨਹੀਂ ਹੈਗੀ ਜਿਹੜੇ ਆਪਾਂ ਜਦੋਂ ਕਿਤੇ ਨੂੰ ਲੰਘੀਦਾ ਇਹ ਕੱਪੜਿਆਂ ਦੇ ਨਾਲ ਹੀ ਚਿੰਬੜ ਜਾਂਦੇ ਕੰਡੇ ਜੀ? ਬਿਲਕੁਲ ਸਰ, ਇਹ ਕੱਪੜਿਆਂ ਦੇ ਨਾਲ ਚਿੰਬੜ ਜਾਂਦੇ ਹੈਗੇ ਆ। ਮੈਨੂੰ ਲੱਗਦਾ ਮੇਰੇ ਵੀ ਚਿੰਬੜੇ ਹੋਣੇ ਜਿੱਥੇ, ਕਿਉਂਕਿ ਮੈਂ ਬਿਲਕੁਲ ਨਾਲ ਹੀ ਬੈਠਾ ਇਹਦੇ। ਹਾਂਜੀ। ਤੇ ਇਹ ਉਹੀ ਚੀਜ਼ ਹੈਗੀ ਆ, ਲੇਕਿਨ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਸਰ, ਜਿਸ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਹੈਗਾ, ਮੰਨ ਲਓ ਪਿੱਤੇ 'ਚੋਂ ਪੱਥਰੀ ਕੱਢ ਦਿੰਦੇ ਆ, ਕਿੰਨਾ ਕੁ % ਰਿਜ਼ਲਟ ਹੈਗਾ ਇਹਦਾ? ਨੇਵਲ ਅਮਰਤ ਕਾਹਨੂੰ ਕਹਿਣੀ, ਫਿਰ ਉਹਨਾਂ ਨੂੰ ਕਹਿੰਦੇ ਬਈ ਬੀਜ ਗਾਣ ਲੱਗ ਜਾਓ ਭਾਈ। ਫ੍ਰੀ 'ਚ ਸਰਦਾ ਜੀ? ਹਾਂ ਬਿਲਕੁਲ ਸਰ, ਫ੍ਰੀ 'ਚ ਸਰ ਸਕਦਾ ਹੈਗਾ ਆ, ਲੇਕਿਨ ਮਸਲਾ ਇਹ ਚੀਜ਼ ਹੁੰਦੀ ਹੈਗੀ ਆ ਕਿ ਇਹਨੂੰ ਆਪਾਂ ਤੋੜ ਕੇ ਸਿੱਧਾ ਨਹੀਂ ਨਾ ਖਾ ਲੈਣਾ ਹੁੰਦਾ। ਅੱਛਾ ਜੀ। ਇਹਨੂੰ ਵੀ ਇੱਕ ਵਿਧੀ ਰਾਹੀਂ ਤਿਆਰ ਕਰਨਾ ਪੈਂਦਾ ਹੈ। ਦੱਸ ਵੀ ਦਿਓ ਵਿਧੀ, ਜੇ ਤੁਹਾਨੂੰ ਪਤਾ ਹੈ ਤਾਂ ਦੱਸ ਦਿਓ ਪਲੀਜ਼, ਕਿਸੇ ਦਾ ਭਲਾ ਹੋ ਜਾਊਗਾ ਜੀ। ਬਿਲਕੁਲ ਸਰ, ਬਿਲਕੁਲ। ਇਹਦੇ ਬੀਜ ਜਿਹੜੇ ਹੈਗੇ ਆ, ਉਹ ਬੀਜ ਲੈ ਕੇ ਉਹਨਾਂ ਨੂੰ ਸੁਕਾਉਣਾ ਪੈਂਦਾ। ਅੱਛਾ। ਨਾਲ ਜੜ ਲੈਣੀ ਪੈਂਦੀ ਆ, ਜੜ ਵੀ ਸੁਕਾਉਣੀ ਪੈਂਦੀ ਆ, ਤੇ ਕੁਝ ਪੱਤੇ ਜਿਹੜੇ ਹੁੰਦੇ ਹੈਗੇ ਆ, ਪੱਤੇ ਵੀ ਸੁਕਾਉਣੇ ਪੈਂਦੇ ਹੈਗੇ ਆ। ਔਰ ਸਭ ਤੋਂ ਵੱਡੀ ਗੱਲ ਹੈ, ਛਾਵੇਂ ਰੱਖ ਕੇ ਸੁਕਾਉਣੇ ਪੈਂਦੇ ਆ, ਧੁੱਪੇ ਨਹੀਂ ਸੁਕਾਉਣੇ ਹੁੰਦੇ। ਛਾਵੇਂ ਰੱਖ ਕੇ ਆਪਾਂ ਸੁਕਾ ਲਾਂਗੇ ਤੇ ਫਿਰ ਇਹਨਾਂ ਨੂੰ ਪੀਸ ਕੇ ਪਾਊਡਰ ਬਣਾਉਣਾ ਹੁੰਦਾ। ਠੀਕ ਹੈ ਜੀ। ਪੀਸ ਕੇ ਪਾਊਡਰ ਬਣਾ ਕੇ ਤਿੰਨਾਂ ਚੀਜ਼ਾਂ ਦਾ ਉਹ ਆਪਾਂ ਨਾਲ ਖਾਣਾ ਹੁੰਦਾ, ਤੇ ਬਾਕੀ ਪਰਹੇਜ਼ ਜਿਹੜੇ ਹੈਗੇ ਆ ਉਹ ਕੰਮ ਕਰਦੇ ਹੈਗੇ ਆ। ਔਰ ਜੇ ਕਿਸੇ ਦੇ ਉਹ ਲੜ ਜਾ, ਜਿਹਨੂੰ ਆਪਾਂ ਮੰਡਾਲੀ ਕਹਿੰਦੇ ਆ, ਉਹ ਪੀਲੀ ਜਿਹੀ ਹੁੰਦੀ ਆ ਜਿਹੜੀ, ਹੈ ਨਾ, ਭਰਿੰਡ ਜਿਹੜੀ ਹੁੰਦੀ ਆ, ਇਹਦੀ ਜਿਹੜੀ ਜੜ ਆ ਉਹ ਪੀਸ ਕੇ, ਇਹਦੀ ਚਿੜਚੱਟੇ ਦੀ ਜਾਂ ਪੁੱਠ ਕੰਡੇ ਦੀ ਪੀਸ ਕੇ ਉਹਦਾ ਪਾਣੀ ਕੱਢ ਕੇ ਅਗਰ ਆਪਾਂ ਉਹਦੇ ਉੱਤੇ ਲਾ ਦਈਏ ਤਾਂ ਬਿਲਕੁਲ ਵੀ ਸੋਜਿਸ਼ ਜਿਹੜੀ ਹੈਗੀ ਆ ਉਹ ਸੋਜਿਸ਼ ਨਹੀਂ ਹੁੰਦੀ ਹੈਗੀ। ਅੱਛਾ ਜੀ। ਇਸੇ ਤਰੀਕੇ ਦੇ ਨਾਲ ਜੇ ਆਪਾਂ ਆ ਹੈਗੀ ਆ ਜੀ ਇੱਕ, ਇਹਨੂੰ ਦੁੱਧ ਦੀ ਰਸ ਕਹਿੰਦੇ ਆ। ਅੱਛਾ ਜੀ। ਆ ਦੇਖੋ ਮੈਂ ਤੋੜੀ ਤੇ ਇਹਦੇ ਵਿੱਚੋਂ ਆ ਦੁੱਧ ਨਿਕਲਣ ਲੱਗ ਪਿਆ ਜੀ। ਇਹ ਜਿਹੜਾ ਦੁੱਧ ਹੈਗਾ ਆ ਸਰ, ਇਹ ਜਿਹੜੀਆਂ ਆ ਉੱਪਰ ਇਹਦੇ ਲੱਗਿਆ ਹੋਇਆ ਫੁੱਲ ਜਿਹੜਾ ਲੱਗਿਆ ਹੋਇਆ, ਜਿਹੜੀਆਂ ਪੱਤੀਆਂ ਸਰ ਧੋ ਕੇ ਇਹ ਖਾਧੀਆਂ ਜਾ ਸਕਦੀਆਂ। ਅੱਛਾ ਜੀ। ਔਰ ਜਿਹੜੇ ਲੋਕ, ਜਿਹੜੇ ਭਰਾ ਕੋਈ ਸੈਕਸ਼ੂਅਲ ਵੀਕਨੈਸ ਤੋਂ ਪੀੜਤ ਹੈਗੇ ਆ ਜੀ, ਤੇ ਇਹ ਉਹਦੇ ਵਿੱਚ ਬਹੁਤ ਅੱਛਾ ਰਿਜ਼ਲਟ ਦਿੰਦੀ ਹੈਗੀ ਆ ਸਰ। ਅੱਛਾ ਜੀ। ਇਹਨੂੰ ਅਗਰ ਖਾਧਾ ਜਾਵੇ ਤਾਂ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਵੀ ਵੀਰਜ, ਕਈ ਵਾਰੀ ਕਿਸੇ ਦਾ ਪਤਲਾ ਹੁੰਦਾ ਜਾਂ ਕਿਸੇ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ, ਇੰਟਰਨਲ ਪ੍ਰੋਬਲਮਸ ਜੈਂਟਸ ਨੂੰ ਆਉਂਦੀਆਂ, ਇਹ ਖਾ ਕੇ ਇਹ ਉਹਨਾਂ ਪ੍ਰੋਬਲਮਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਸਰ। ਆਮ ਹੁੰਦੀ ਹੈ ਇਹ ਬੂਟੀ, ਆਪਾਂ ਇੱਥੇ ਬੈਠੇ ਆ ਤੇ ਉਹ ਨਿਗਾਹ ਪੈ ਗਈ ਤੇ ਉਹ ਟੁੱਟ ਗਈ, ਤੇ ਦੇਖੋ ਜਿੱਥੋਂ ਤੋੜਿਆ ਹੈਗਾ ਨਾ ਉੱਥੋਂ ਵੀ ਦੁੱਧ ਨਿਕਲ ਰਿਹਾ, ਤੇ ਆਹ ਦੁੱਧ ਵੀ ਜਿਹੜਾ ਨਿਕਲ ਰਿਹਾ, ਦੁੱਧ ਦੀ ਰਸ ਇਹਦਾ ਨਾਮ ਹੈਗਾ। ਔਰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ, ਬਵਾਸੀਰ ਦੇ ਉੱਤੇ ਵੀ ਜਿਹੜੀ ਹੈਗੀ ਆ ਇਹ ਬੂਟੀ ਕੰਮ ਕਰਦੀ ਹੈ ਸਰ। ਸੋ ਸਾਨੂੰ ਨਾ ਪਤਾ ਹੋਣ ਦੇ ਕਰਕੇ ਅਸੀਂ ਇਹੋ ਜਿਹਾ ਜਿਹੜਾ ਅਨਮੋਲ ਖਜ਼ਾਨਾ ਸਾਨੂੰ ਕੁਦਰਤ ਨੇ ਦਿੱਤਾ ਹੋਇਆ, ਉਹ ਤੋਂ ਉਹਨੂੰ ਅਸੀਂ ਕਈ ਵਾਰ ਤਾਂ ਇਹਦੇ ਉੱਤੇ, ਜਿੱਦਾਂ ਜੇ ਖੇਤਾਂ ਦੇ ਵਿੱਚ ਉੱਗੀ ਹੋਵੇ ਤਾਂ ਆਪਾਂ ਕਈ ਵਾਰੀ ਸਪਰੇਅ ਮਾਰ ਕੇ ਇਹਨਾਂ ਨੂੰ ਖਤਮ ਕਰ ਦਿੰਦੇ ਆ। ਘਾਹ ਵੀ ਕੋਈ ਕੰਮ ਕਰਦਾ ਜੀ? ਬਿਲਕੁਲ ਸਰ। ਆ ਜਿਹੜਾ ਘਾਹ ਆ ਸਰ, ਇਹਨੂੰ ਤੋੜਦੇ ਆਪਾਂ, ਅਗਰ ਇਹਨੂੰ ਚਬਾ ਕੇ ਖਾਣਾ ਸ਼ੁਰੂ ਕਰ ਦਈਏ ਤੇ ਜਿੱਦਾਂ ਇਕੱਠਾ ਕਰਕੇ ਜਦ ਦਾਤਣ ਟਾਈਪ ਆਪਾਂ ਅਗਰ ਇਹਦਾ ਕਰਦੇ ਹੈਗੇ ਆ, ਦੰਦਾਂ ਦੇ ਵਿੱਚ ਕਈ ਵਾਰੀ ਕੀੜਾ ਲੱਗ ਜਾਂਦਾ, ਦਾੜਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈਗਾ, ਤੇ ਇਹ ਉਸ ਕੀੜੇ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਰ। ਸੋ ਸਾਨੂੰ ਜਿਹੜੀ ਵੀ ਤਾਂ ਹੀ ਇਹ ਮੱਝਾਂ ਤੇ ਗਾਵਾਂ ਦੇ ਜੜ੍ਹਾਂ ਨੂੰ ਕੀੜਾ ਨਹੀਂ ਲੱਗਦਾ ਕਦੇ। ਵੈਸੇ ਸਰ ਮੱਝਾਂ ਔਰ ਗਾਵਾਂ ਜਿਹੜੀਆਂ ਨੇ, ਦੰਦ ਜਿਹੜੇ ਹੁੰਦੇ ਇੱਕੋ ਹੀ ਪਾਸੇ ਹੁੰਦੇ ਆ, ਉਹ ਦੋ ਪਾਸੇ ਨਹੀਂ ਹੁੰਦੇ। ਬਾਕੀ ਸਾਨੂੰ ਕੁਦਰਤ ਨੇ ਜਿਹੜੀ ਵੀ ਚੀਜ਼ ਦਿੱਤੀ ਆ ਉਹਦਾ ਹਰ ਇੱਕ ਚੀਜ਼ ਦਾ ਫਾਇਦਾ ਹੈ ਸਰ। ਆਪਾਂ ਅਸ਼ਵਗੰਧਾ ਦੀ ਗੱਲ ਕਰਦੇ ਹਾਂ। ਹਾਂਜੀ। ਆਪਾਂ ਚਲੋ ਇੱਥੇ ਬੈਠੇ ਹਾਂ, ਇੱਥੇ ਨੇੜੇ ਤੇੜੇ ਉਹ ਨਹੀਂ ਨਜ਼ਰ ਆਉਂਦਾ ਅਸ਼ਵਗੰਧਾ ਦਾ ਬੂਟਾ ਸਾਨੂੰ। ਜੇ ਆਪਾਂ ਥੋੜੀ ਦੂਰ ਤੱਕ ਚਲੇ ਜਾਵਾਂਗੇ, ਅਸ਼ਵਗੰਧਾ ਆਮ ਸਰ ਇੱਥੇ ਸਾਨੂੰ ਨਾ ਲੱਗਿਆ ਮਿਲ ਜਾਊਗਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਅਸ਼ਵਗੰਧਾ ਕੀ ਕੰਮ ਕਰਦਾ। ਕੀ ਕਰਦਾ ਜੀ ਅਸ਼ਵਗੰਧਾ ਸਰ? ਕੋਈ ਡਿਪਰੈਸ਼ਨ 'ਚ ਹੋਵੇ ਪਰਸਨ, ਉਹਦਾ ਪਾਊਡਰ ਖਿਲਾਉਣਾ ਸ਼ੁਰੂ ਕਰ ਦਿਓ, ਸਟ੍ਰੈਸ ਫਰੀ ਹੋ ਜਾਂਦਾ ਹੈ ਬੰਦਾ। ਕਿਸੇ ਪ੍ਰਕਾਰ ਦੀ ਜਨਰਲ ਵੀਕਨੈਸ ਹੁੰਦੀ ਹੈਗੀ ਆ, ਉਹਦੇ ਉੱਤੇ ਕੰਮ ਕਰਦਾ ਹੈਗਾ।
ਲੇਡੀਜ਼ ਔਰ ਜੈਂਟਸ ਦੀਆਂ ਇੰਟਰਨਲ ਪ੍ਰੋਬਲਮ ਜਿਹੜੀਆਂ ਹੈਗੀਆਂ ਉਹਦੇ ਉੱਤੇ ਕੰਮ ਕਰਦਾ ਹੈ। ਜੋੜਾਂ 'ਚ ਦਰਦ ਹੋਵੇ ਆਪਾਂ ਉਹਨੂੰ ਖਿਲਾ ਸਕਦੇ ਹਾਂ ਅਸ਼ਵਗੰਧਾ। ਸੋ ਆਮ ਲੱਗਿਆ ਹੁੰਦਾ ਸਰ, ਅਸੀਂ ਮਹਿੰਗਾ ਖਰੀਦਦੇ ਹਾਂ ਦੁਕਾਨਾਂ ਤੋਂ ਜਾ ਕੇ, ਪੰਸਾਰੀ ਦੀਆਂ ਦੁਕਾਨਾਂ ਤੋਂ ਜਾ ਕੇ, ਕਿਉਂਕਿ ਆਪਾਂ ਖੇਚਲ ਨਹੀਂ ਕਰਦੇ, ਸਾਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਬਈ ਆਹ ਦੇਖੋ ਸਾਹਮਣੇ ਉਹ ਮੈਨੂੰ ਨਜ਼ਰ ਆ ਰਹੀ ਹੈ, ਉਹਨੂੰ ਆਪਾਂ ਅਰੰਡੀ ਸਾਧਿਆ, ਸਫੈਦੇ ਦੇ ਨਾਲ ਬੂਟਾ, ਉਹ ਅਰੰਡੀ ਹੈ ਜੀ। ਹਾਂਜੀ। ਅਰੰਡੀ ਦੇ ਬੀਜ ਜਿਹੜੇ ਹੁੰਦੇ ਆ ਉਹ ਕਬਜ਼ ਦੇ ਵਿੱਚ ਕੰਮ ਆਉਂਦੇ ਆ ਸਰ। ਕਿਸੇ ਨੂੰ ਕਬਜ਼ ਹੋਵੇ, ਅਰੰਡੀ ਦੇ ਬੀਜ ਸੁਕਾ ਕੇ ਉਹਨੂੰ ਕੁੱਟ ਕੇ ਉਹਦਾ ਅੱਧਾ ਕੁ ਚਮਚਾ ਸਵੇਰੇ ਸ਼ਾਮ ਖਿਲਾਉਣਾ ਸ਼ੁਰੂ ਕਰ ਦਿਓ। ਕਬਜ਼ ਦੇ ਵਿੱਚ ਪ੍ਰੋਬਲਮ ਜਿਹੜੀ ਕਬਜ਼ ਦੀ ਹੋਵੇ, ਆਪਾਂ ਪੁਰਾਣੇ ਸਮਿਆਂ ਦੇ ਵਿੱਚ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਜੇ ਕਿਸੇ ਨੂੰ ਨਾ ਕਬਜ਼ ਹੋਵੇ ਉਹਨੂੰ ਕੈਸਟਰੋਲ ਪਿਲਾ ਦਿਓ। ਕੈਸਟਰੋਲ ਕਹਿੰਦੇ ਹੁੰਦੇ ਸੀ, ਅਸਲ 'ਚ ਉਹ ਕੈਸਟਰੋਲ ਨਹੀਂ ਕੈਸਟਰ ਆਇਲ ਆ। ਉਹ ਅਰੰਡੀ ਦੇ ਤੇਲ ਨੂੰ ਕੈਸਟਰੋਲ ਕਹਿੰਦੀਆਂ ਸੀਗੀਆਂ ਬੀਬੀਆਂ। ਉਹ ਅਰੰਡੀ ਦਾ ਤੇਲ ਹੁੰਦਾ, ਇਹਦੇ ਬੀਜਾਂ ਦਾ ਤੇਲ ਨਿਕਲਦਾ ਸਰ। ਇੱਕ ਚਮਚ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਪਾ ਕੇ ਪਿਲਾਓ, ਕਬਜ਼ ਦੂਰ ਹੋਣੀ ਸ਼ੁਰੂ ਹੋ ਜਾਂਦੀ ਆ। ਜੋੜਾਂ 'ਚ ਦਰਦ ਰਹਿੰਦਾ ਹੋਵੇ, ਉਹ ਅਰੰਡੀ ਦੇ ਤੇਲ ਦੀ ਮਾਲਿਸ਼ ਕਰਵਾਉਣੀ ਸ਼ੁਰੂ ਕਰ ਦਿਓ, ਜੋੜਾਂ ਦਾ ਦਰਦ ਖਤਮ ਹੋ ਜਾਂਦਾ ਹੈਗਾ। ਇਸੇ ਤਰੀਕੇ ਦੇ ਨਾਲ ਇਹ ਅਰੰਡੀ ਜਿਹੜੀ ਹੈਗੀ ਆ ਬਹੁਤ ਜਗ੍ਹਾ 'ਤੇ ਕੰਮ ਆਉਂਦੀ ਆ। ਕਿਸੇ ਦੇ ਜਿੱਦਾਂ ਹਰਨੀਆਂ ਹੋ ਜਾਂਦੀਆਂ ਹੈਗੀਆਂ, ਉਸ ਅਰੰਡੀ ਦੇ ਤੇਲ ਦੀ ਹਰਨੀਆਂ ਵਾਲੀ ਜਗ੍ਹਾ 'ਤੇ ਮਾਲਿਸ਼ ਕਰਵਾਉਣੀ ਸ਼ੁਰੂ ਕਰ ਦਿਓ, ਉਹ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਸਰੀਰ ਦੇ ਵਿੱਚ ਗਿਲਟੀਆਂ ਬਣ ਜਾਂਦੀਆਂ ਵੱਖ-ਵੱਖ ਦਾ ਪੂਰੇ ਸਰੀਰ ਦੇ ਵਿੱਚ ਹੁੰਦੀਆਂ ਹੈਗੀਆਂ, ਉੱਪਰਲੇ ਟਿਸ਼ੂ ਦੇ ਵਿੱਚ ਹੁੰਦੀਆਂ, ਉਹਦੇ ਉੱਤੇ ਅਰੰਡੀ ਦੇ ਤੇਲ ਦੀ ਮਾਲਿਸ਼ ਕਰਵਾਉਣੀ ਸ਼ੁਰੂ ਕਰ ਦਿਓ, ਉਹਨੂੰ ਵੀ ਉਹ ਕਿਉਰ ਕਰਦੀਆਂ ਹੈਗੀਆਂ। ਸੋ ਇਸ ਤਰੀਕੇ ਦੇ ਨਾਲ ਕੁਦਰਤ ਨੇ ਸਾਨੂੰ ਨਾਯਾਬ ਤੋਹਫੇ ਦਿੱਤੇ ਆ। ਪਰ ਜਿੱਦਾਂ ਅਸੀਂ ਕੁਦਰਤ ਤੋਂ ਦੂਰ ਜਾ ਰਹੇ ਹਾਂ, ਅਸੀਂ ਅਸਲ ਦੇ ਵਿੱਚ ਜਦੋਂ ਅੰਗਰੇਜ਼ ਆ ਗਏ ਨਾ ਇੱਥੇ, ਅੰਗਰੇਜ਼ ਆਪਣੇ ਨਾਲ ਬਹੁਤ ਕੁਝ ਲੈ ਕੇ ਆਏ, ਚੰਗਾ ਵੀ ਲੈ ਕੇ ਆਏ, ਮਾੜਾ ਵੀ ਲੈ ਕੇ ਆਏ। ਅਸੀਂ ਚੰਗਾ ਤਾਂ ਭੁੱਲ ਗਏ ਉਹਨਾਂ ਦਾ, ਲੇਕਿਨ ਮਾੜਾ ਜਿਹੜਾ ਸੀਗਾ ਅਸੀਂ ਉਹ ਅਡੋਪਟ ਕਰ ਲਿਆ, ਨਾ ਚਾਹੁੰਦੇ ਹੋਏ ਵੀ। ਜਿਹੜੀ ਚੀਜ਼ ਸਾਡੇ ਕਲਚਰ ਦੇ ਵਿੱਚ ਆਉਂਦੀ ਵੀ ਹੈ ਨਹੀਂ, ਆਪਾਂ ਉਹਨਾਂ ਨੂੰ ਵੀ ਅਡੋਪਟ ਕਰ ਲਿਆ ਸਰ। ਔਰ ਉਹ ਅਡੋਪਟ ਕਰਕੇ ਅਸੀਂ ਐਲੋਪੈਥੀ ਦੇ ਚੱਕਰ 'ਚ ਫਸ ਗਏ। ਕਿਉਂਕਿ ਹੁਣ ਵੀ ਜਦੋਂ ਸਾਨੂੰ ਕੋਈ ਬਿਮਾਰੀ ਹੁੰਦੀ, ਦੇਖੋ ਐਲੋਪੈਥੀ ਜਿਹੜੀ ਹੈਗੀ ਆ ਇੰਸਟੈਂਟ ਰਿਜ਼ਲਟ ਲਈ ਬਹੁਤ ਜ਼ਰੂਰੀ ਹੈ। ਕਿਸੇ ਦਾ ਐਕਸੀਡੈਂਟ ਹੋ ਜਾਵੇ, ਉੱਥੇ ਐਲੋਪੈਥੀ ਨੇ ਕੰਮ ਕਰਨਾ। ਕੋਈ ਕਿਸੇ ਦੇ ਅਚਾਨਕ ਦਰਦ ਹੋਣ ਲੱਗ ਪਏ, ਉੱਥੇ ਐਲੋਪੈਥੀ ਨੇ ਕੰਮ ਕਰਨਾ। ਲੇਕਿਨ ਐਲੋਪੈਥੀ ਨੂੰ ਆਪਾਂ ਕੰਟੀਨਿਊ ਯੂਜ਼ ਕਰਾਂਗੇ ਸਰ, ਉਹਦਾ ਸਾਈਡ ਇਫੈਕਟ ਹੋਏਗਾ। ਲੇਕਿਨ ਜਿਹੜਾ ਆਯੁਰਵੇਦ ਹੈ, ਇਹਦਾ ਤੁਹਾਡੇ ਸਰੀਰ ਦੇ ਉੱਤੇ ਬੁਰਾ ਪ੍ਰਭਾਵ ਕੋਈ ਨਹੀਂ ਪੈਂਦਾ ਹੈਗਾ। ਠੀਕ ਹੈ, ਬਸ ਸਿਰਫ ਇੱਕ ਚੀਜ਼ ਹੋਣੀ ਚਾਹੀਦੀ ਆ ਵੀ ਸਾਨੂੰ ਸਾਡੇ ਸਰੀਰ ਦੀ ਪ੍ਰਵਿਰਤੀ ਪਤਾ ਹੋਣੀ ਚਾਹੀਦੀ ਆ, ਉਹਦੇ ਹਿਸਾਬ ਦੇ ਨਾਲ ਅਸੀਂ ਆਯੁਰਵੇਦ ਖਾਣਾ ਹੁੰਦਾ। ਮਤਲਬ ਜੇ ਸਾਡੇ ਸਰੀਰ ਦੀ ਪ੍ਰਵਿਰਤੀ ਪਿੱਤ ਪ੍ਰਵਿਰਤੀ ਆ, ਤੇ ਅਸੀਂ ਆਯੁਰਵੇਦ ਦੀਆਂ ਗਰਮ ਚੀਜ਼ਾਂ ਜੇ ਤਾਂ ਸਾਨੂੰ ਉਹਨਾਂ ਦੀ ਜ਼ਰੂਰਤ ਆ, ਅਸੀਂ ਤਾਂ ਹੀ ਖਾਣੀਆਂ, ਅਦਰਵਾਈਜ਼ ਉਹ ਸਾਨੂੰ ਉਹ ਗਰਮੀ ਕਰ ਦੇਣਗੀਆਂ। ਜੇ ਸਾਡੇ ਸਰੀਰ ਦੀ ਵਾਤ ਪ੍ਰਵਿਰਤੀ ਹੈਗੀ, ਆਪਾਂ ਠੰਡੀਆਂ ਤਸੀਰ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਨਹੀਂ ਲੈਣੀਆਂ ਹੁੰਦੀਆਂ। ਲੇਕਿਨ ਅਗਰ ਸਾਡੀ ਸਮੱਸਿਆ ਉਹਨਾਂ ਦੇ ਨਾਲ ਕਿਉਰ ਹੋਣੀ ਆ, ਤੇ ਉਹ ਕੋਈ ਅਗਰ ਡਾਕਟਰ ਹੈਗਾ ਆ ਆਯੁਰਵੇਦਾ ਦਾ, ਜਾਂ ਉਹ ਵੈਦ ਜਿਹਨੂੰ ਇਹਨਾਂ ਚੀਜ਼ਾਂ ਦੀ ਤਸੀਰ ਦਾ ਪਤਾ ਆ, ਔਰ ਪਤਾ ਹੈ ਕਿ ਬਿਮਾਰੀ ਕਿੱਦਾਂ ਕਿਉਰ ਹੋਣੀ ਹੈਗੀ ਆ, ਉਹਦੇ ਹਿਸਾਬ ਦੇ ਨਾਲ ਆਪਾਂ ਉਹਦੀ ਸੁਪਰਵਿਜ਼ਨ ਦੇ ਅੰਡਰ ਆਪਾਂ ਉਹ ਮੈਡੀਸਨ ਲਵਾਂਗੇ। ਇੱਥੇ ਪੜ੍ਹਾਈ ਕੰਮ ਆਉਂਦੀ ਹੈ, ਇੱਥੇ ਪੜ੍ਹਾਈ ਕੰਮ ਆਉਂਦੀ ਸਰ, ਪਤਾ ਹੋਣਾ ਚਾਹੀਦਾ, ਇਹ ਜਾਣਕਾਰੀ ਹੋਣੀ ਚਾਹੀਦੀ। ਜਿੱਦਾਂ ਅਰਜੁਨ ਸ਼ਾਲ ਹੈ ਸਰ, ਅਰਜੁਨ ਸ਼ਾਲ ਸਾਨੂੰ ਅਗਰ ਕੋਈ ਦਿਲ ਦੀ ਪ੍ਰੋਬਲਮ ਹੈਗੀ ਆ, ਬਲੋਕੇਜ ਆ, ਉੱਥੇ ਕੰਮ ਕਰਦੀ ਹੈਗੀ ਆ, ਤਸੀਰ ਦੀ ਠੰਡੀ ਹੁੰਦੀ ਹੈ। ਸਾਨੂੰ ਇਹ ਦੇਖਣਾ ਪਊਗਾ ਵੀ ਅਰਜੁਨ ਸ਼ਾਲ ਅਗਰ ਆਪਾਂ ਹਾਰਟ ਦੇ ਪੇਸ਼ੈਂਟ ਨੂੰ ਦੇ ਰਹੇ ਹਾਂ, ਤੇ ਉਹਨੂੰ ਕੋਈ ਐਦਾਂ ਦੀ ਜੋੜਾਂ ਦਾ ਦਰਦ ਨਹੀਂ ਹੈ ਜ਼ਿਆਦਾ, ਵੀ ਅਸੀਂ ਅਰਜੁਨ ਸ਼ਾਲ ਦੇ ਨਾਲ ਹੋਰ ਕਿਹੜੀ ਚੀਜ਼ ਪਾ ਕੇ ਦੇਣੀ ਹੈ ਤਾਂ ਕਿ ਜੋੜਾਂ ਦਾ ਦਰਦ ਵੀ ਨਾ ਵਧੇ। ਅਸ਼ੋਕ ਦੀ ਛਾਲ ਬਹੁਤ ਸਾਰੀਆਂ ਬਿਮਾਰੀਆਂ 'ਤੇ ਕੰਮ ਆਉਂਦੀ ਹੈਗੀ ਆ। ਮੰਨ ਲਓ ਲੇਡੀਜ਼ ਜਿਹੜੀਆਂ ਹੈਗੀਆਂ, ਕਈ ਵਾਰੀ ਉਹਨਾਂ ਨੂੰ ਜਿਹੜੀ ਪੀਰੀਅਡਸ ਆਉਂਦੇ ਹੈਗੇ ਆ, ਕਈ ਵਾਰੀ ਉਹਨਾਂ ਦੀ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਆ, ਉੱਥੇ ਸਰ ਅਸ਼ੋਕ ਦੀ ਛਾਲ ਕੰਮ ਆਉਂਦੀ ਆ। ਲੇਕਿਨ ਇਹਦੇ ਨਾਲ ਅਗਰ ਹੋਰ ਕੋਈ ਪ੍ਰੋਬਲਮ ਆ ਜਿਹੜੀ ਠੰਡੀ ਤਸੀਰ ਦੀ ਚੀਜ਼ ਖਾਣ ਨਾਲ ਵੱਧਦੀ ਆ, ਤੇ ਸਾਨੂੰ ਦੇਖਣਾ ਪਏਗਾ ਕਿ ਅਸ਼ੋਕ ਦੀ ਛਾਲ ਦੇ ਨਾਲ ਹੋਰ ਕੀ ਦੇਣਾ। ਅਜਮੋਦ ਆਉਂਦਾ ਸਰ, ਅਜਮੋਦ ਜਿਹੜਾ ਹੁੰਦਾ ਉਹ ਤਸੀਰ ਦਾ ਗਰਮ ਹੁੰਦਾ। ਉਹ ਆਪਾਂ ਅਗਰ ਗਰਮ ਤਸੀਰ ਦੇ ਕਿਸੇ ਵਿਅਕਤੀ ਨੂੰ ਦੇਵਾਂਗੇ, ਸਾਨੂੰ ਦੇਖਣਾ ਪਏਗਾ ਵੀ ਇਹਦਾ ਪਿੱਤ ਦੋਸ਼ ਹੋਰ ਨਾ ਵੱਧ ਜਾ, ਲੀਵਰ ਨਾ ਫੈਟੀ ਹੋ ਜਾ, ਨਾਲ ਕਿਹੜੀ ਚੀਜ਼ ਐਡ ਆਨ ਕਰਾਉਣੀ ਆ, ਕੀ ਚੀਜ਼ ਨਾਲ ਦੇਣੀ ਹੈਗੀ ਆ। ਇਸੇ ਤਰੀਕੇ ਦੇ ਨਾਲ ਸਰ ਮਤਲਬ ਆਪਾਂ ਜੇ ਅਸ਼ਵਗੰਧਾ ਦੀ ਗੱਲ ਕਰ ਲਈਏ, ਆਪਾਂ ਗੱਲ ਕਰਕੇ ਵੀ ਹਟੇ ਹਾਂ, ਉਹ ਵੀ ਤਸੀਰ ਦਾ ਗਰਮ ਹੁੰਦਾ ਹੈਗਾ। ਉਹ ਵੀ ਆਪਾਂ ਮਤਲਬ ਸਰੀਰ ਦੀ ਪ੍ਰਵਿਰਤੀ ਜਿਹੜੀ ਹੈਗੀ ਆ ਉਹ ਦੇਖ ਕੇ ਆਪਾਂ ਕੰਮ ਕਰਨਾ ਹੁੰਦਾ। ਇਸੇ ਕਰਕੇ ਸਰ ਜਿੱਦਾਂ ਆਪਾਂ ਨੇਵਲ ਅੰਮ੍ਰਿਤ ਦੀ ਵੀ ਗੱਲ ਕਰਦੇ ਸੀਗੇ, ਨੇਵਲ ਅੰਮ੍ਰਿਤ ਦੇ ਵਿੱਚ ਵੀ ਜਿਹੜੀਆਂ ਅਸੀਂ ਜੜੀ ਬੂਟੀਆਂ ਪਾਈਆਂ, ਜਿਨ੍ਹਾਂ ਦਾ ਤੇਲ ਪਾਇਆ, ਉਹ ਦੇਖ ਕੇ ਹੀ ਪਾਇਆ ਹੈਗਾ ਕਿ ਵਾਤ, ਪਿੱਤ ਔਰ ਕਫ ਤਿੰਨੋਂ ਪ੍ਰਵਿਰਤੀ ਵਾਲੇ ਜਿਹੜੇ ਸਰੀਰ ਹੈਗੇ ਆ ਉਹਨਾਂ ਨੂੰ ਇਹ ਫਾਇਦਾ ਕਰ ਸਕੇ। ਠੀਕ ਹੈ ਜੀ। ਤੇ ਹੁਣ ਜਿਹੜਾ ਅਸੀਂ ਪਾਚਕ ਅੰਮ੍ਰਿਤ ਦੀ ਗੱਲ ਕਰ ਰਹੇ ਹਾਂ, ਤਾਂ ਕਿ ਨੇਵਲ ਅੰਮ੍ਰਿਤ ਦੀ ਵੀ ਜ਼ਰੂਰਤ ਨਾ ਪਵੇ। ਸੋ ਨੇਵਲ ਅੰਮ੍ਰਿਤ ਤੋਂ ਵੀ ਪਹਿਲਾਂ ਅਗਰ ਆਪਾਂ ਪਾਚਕ ਅੰਮ੍ਰਿਤ ਜਿਹੜਾ ਹੈਗਾ ਆ, ਉਹਦੇ 2 ਕੱਪ ਸਵੇਰੇ ਸ਼ਾਮ ਚਾਹ ਦੀ ਜਗ੍ਹਾ 'ਤੇ ਪੀਣਾ ਸ਼ੁਰੂ ਕਰ ਦਿੰਦੇ ਹਾਂ, ਤੇ ਬਿਮਾਰੀ ਜਿਹੜੀ ਆ ਉਹ ਆਪਾਂ ਹੋਣ ਤੋਂ ਹੀ ਬਚਾ ਸਕਦੇ ਹਾਂ। ਹੁਣ ਦੀ ਗੱਲ ਤੁਸੀਂ ਜਿਵੇਂ ਨੇਵਲ ਅੰਮ੍ਰਿਤ ਦੀ ਕੀਤੀ, ਪਿਛਲੀ ਇੰਟਰਵਿਊ ਦੀ ਆਪਾਂ ਗੱਲ ਕਰੀ, ਉਸ ਤੋਂ ਬਾਅਦ ਕਿੰਨੇ ਕੁ ਰਿਜ਼ਲਟ ਆਏ ਨੇ? ਰਿਜ਼ਲਟ ਆਏ ਵੀ ਨੇ, ਕਿਉਂਕਿ ਮੇਰੇ ਤੋਂ ਦਵਾਈਆਂ ਬਾਰੇ ਤਾਂ ਪੁੱਛਿਆ ਤਾਂ ਬਹੁਤ ਸਾਰੇ ਕਈ ਵਾਰ ਲੋਕ ਕਮੈਂਟ ਕਰਨ ਲੱਗ ਜਾਂਦੇ ਨੇ, ਮਨ ਬੜਾ ਦੁਖੀ ਹੁੰਦਾ ਉਦੋਂ ਬਈ ਨਹੀਂ ਜੀ ਇਹ ਤਾਂ ਸਿਰਫ ਲੋਕਾਂ ਦੀ ਲੁੱਟ ਦਾ ਜ਼ਰੀਆ ਬਣ ਰਹੇ ਨੇ, ਤੇ ਉਦੋਂ ਆਪ ਨੂੰ ਵੀ ਫਿਰ ਥੋੜ੍ਹਾ ਜਿਹਾ ਲੱਗਦਾ ਵੀ ਕਿਤੇ ਗਲਤ ਨਾ
ਪ੍ਰਚਾਰ ਕਰਦੇ ਰਹੀਏ। ਦੇਖੋ ਸਰ, ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਕਿ ਤੁਸੀਂ ਪਹਿਲਾਂ ਵੀ ਸਾਨੂੰ ਮੌਕਾ ਦਿੱਤਾ ਲੋਕਾਂ ਤੱਕ ਸਾਡੀ ਗੱਲ ਰੱਖਣ ਦਾ, ਤੇ ਹੁਣ ਤੁਸੀਂ ਦੁਬਾਰਾ ਵੀ ਸਾਨੂੰ ਮੌਕਾ ਦੇ ਰਹੇ ਹੋ, ਕਿਉਂਕਿ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈਗੀ ਆ ਕਿ ਜੇ ਤੁਹਾਨੂੰ ਕੁਝ ਲੋਕਾਂ ਨੇ ਕਮੈਂਟ ਕੀਤੇ ਹੈਗੇ ਆ ਵੀ ਲੁੱਟ ਦਾ ਜ਼ਰੀਆ ਬਣਾਇਆ ਹੋਇਆ, ਪਹਿਲਾਂ ਤਾਂ ਸਾਰੇ ਦੇਖਣਾ ਪਊਗਾ ਕਿ ਜਿਹੜੇ ਲੋਕ ਕਮੈਂਟ ਕਰ ਰਹੇ ਆ ਉਹਨਾਂ ਨੇ ਮੈਡੀਸਨ ਲਈ ਵੀ ਹੈਗੀ ਆ ਜਾਂ ਐਵੇਂ ਹੀ ਕਮੈਂਟ ਕਰੀ ਜਾ ਰਹੇ ਆ। ਨੰਬਰ 2, ਜਦੋਂ ਉਹਨਾਂ ਨੇ ਮੈਡੀਸਨ ਜਿਹੜੀ ਹੈਗੀ ਆ ਯੂਜ਼ ਕੀਤੀ ਆ ਕਿ ਪ੍ਰੋਪਰ ਪਰਹੇਜ਼ ਕਰਕੇ ਉਹ ਮੈਡੀਸਨ ਯੂਜ਼ ਕੀਤੀ ਵੀ ਹੈਗੀ ਆ ਜਾਂ ਨਹੀਂ ਕੀਤੀ, ਕਿਉਂਕਿ ਸਰ ਆਪਾਂ ਜਿੱਦਾਂ ਗੱਲ ਕਰਦੇ ਸੀਗੇ ਨਾ ਕਿ ਲੋਕਾਂ ਨੂੰ ਜਦੋਂ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਨਾਲ ਅਣਗਹਿਲੀ ਵੀ ਆ ਜਾਂਦੀ ਆ। ਜਦੋਂ 15-20 ਦਿਨ ਮਹੀਨਾ ਮੈਡੀਸਨ ਯੂਜ਼ ਕਰਦੇ ਆ ਉਸ ਤੋਂ ਬਾਅਦ ਵਿੱਚ ਫਿਰ ਉਹ ਨਾਗੇ ਪੈਣੇ ਸ਼ੁਰੂ ਹੋ ਜਾਂਦੇ, ਕੋਈ ਗੱਲ ਨਹੀਂ ਮੈਂ ਕੁਛ ਤਾਂ ਮੈਨੂੰ ਫਰਕ ਪੈ ਗਿਆ, ਜੇ ਮੈਂ ਨਾਗੇ ਪਾ ਵੀ ਲਿਆ 2 ਬੂੰਦਾਂ ਨਹੀਂ ਵੀ ਪਾਈਆਂ ਰਾਤ ਨੂੰ ਅੱਜ ਤਾਂ ਕੋਈ ਗੱਲ ਨਹੀਂ, ਹੈ ਨਾ, ਉੱਥੇ ਫਿਰ ਥੋੜ੍ਹਾ ਜਿਹਾ ਰਿਜ਼ਲਟ ਘਟਣਾ ਸ਼ੁਰੂ ਹੋ ਜਾਂਦਾ। ਲੇਕਿਨ ਸਰ ਤੁਹਾਡੀ ਵੀਡੀਓ ਜਿਹੜੀ ਹੈਗੀ ਆ, ਤੁਸੀਂ ਜਦੋਂ ਸਾਡੀ ਪਹਿਲਾਂ ਇੰਟਰਵਿਊ ਕੀਤੀ ਔਰ ਅੱਜ ਤੁਸੀਂ ਸਾਡੀ ਇੰਟਰਵਿਊ ਕਰ ਰਹੇ, ਇਹਦੇ ਵਿਚਾਲੇ ਸਰ ਸੈਂਕੜੇ ਰਿਜ਼ਲਟ ਸਾਡੇ ਕੋਲ ਆਏ ਆ, ਸੈਂਕੜੇ ਰਿਜ਼ਲਟ, ਔਰ ਅਸੀਂ ਉਹਨਾਂ ਦੀਆਂ ਵੀਡੀਓ ਵੀ ਬਣਾਈਆਂ। ਜਿਹੜੇ ਕਿਵੇਂ ਦੀਆਂ ਬਿਮਾਰੀਆਂ ਨੇ ਉਹ ਜਿਹੜੇ ਰਿਜ਼ਲਟ ਲਏ ਤੁਸੀਂ? ਸਰ ਉਹਦੇ ਵਿੱਚ ਲੀਵਰ ਦੇ ਰਿਜ਼ਲਟ ਵੀ ਆਏ ਹੈਗੇ ਆ, ਨਵੇਂ ਲੀਵਰ ਦੇ ਰਿਜ਼ਲਟ ਸਾਡੇ ਕੋਲ ਆਏ ਹੈਗੇ ਆ, ਸਾਡੇ ਕੋਲ ਜੋੜਾਂ ਦੇ ਰਿਜ਼ਲਟ ਵੀ ਆਏ ਹੈਗੇ ਆ, ਸਾਡੇ ਕੋਲ ਸ਼ੂਗਰ ਦੇ ਬਹੁਤ ਸਾਰੇ ਰਿਜ਼ਲਟ ਆਏ ਹੈਗੇ ਆ, ਸਾਡੇ ਕੋਲ ਮਿਰਗੀ ਦੇ ਦੌਰੇ ਜਿਹੜੇ ਬੱਚਿਆਂ ਨੂੰ ਪੈਣੇ ਸ਼ੁਰੂ ਹੋ ਜਾਂਦੇ ਉਹਦੇ ਉੱਤੇ ਵੀ ਰਿਜ਼ਲਟ ਆਏ ਹੈਗੇ ਆ। ਇਸ ਤਰੀਕੇ ਦੇ ਨਾਲ ਮਤਲਬ ਬਹੁਤ ਸਾਰੇ ਰਿਜ਼ਲਟ ਹੈਗੇ ਆ, ਜਿਹਦੇ ਵਿੱਚੋਂ ਜੇ ਆਪਾਂ ਖਾਸ ਤੌਰ 'ਤੇ ਹੋਰ ਜ਼ਿਕਰ ਕਰਨਾ ਹੋਵੇ ਤਾਂ ਪਿੱਤੇ ਦੀ ਪੱਥਰੀ ਦੇ ਰਿਜ਼ਲਟ ਵੀ ਆਏ ਹੈਗੇ ਆ ਸਾਡੇ ਕੋਲ। ਡਿਲੀਵਰੀ ਵੀ ਜਿਹੜੇ ਬੱਚੇ ਨਹੀਂ ਹੁੰਦੇ ਸੀ ਜਿਹੜੀਆਂ ਔਰਤਾਂ ਨੂੰ, ਉਹਨਾਂ ਦੇ ਵੀ ਹੈ ਨਾ ਜੀ, ਦੇਖੋ ਸਰ ਬੀਤੇ ਸਮੇਂ ਤੋਂ ਜਿਹੜੇ ਸਾਲ ਤੋਂ ਖਾ ਰਹੇ ਸੀ, ਕਿੰਨੀ ਕੁ ਉਮਰ ਜਿਹੜੀ ਵੱਧ ਤੋਂ ਵੱਧ ਕਿੰਨੀ ਕੁ ਉਮਰ ਦੇ ਔਰਤ ਦੇ ਬੱਚਾ ਜਿਹੜਾ ਹੁੰਦਾ ਹੈ, ਕਿੰਨੇ ਸਾਲ ਬਾਅਦ ਵਿਆਹ ਤੋਂ? ਦੇਖੋ ਸਰ, ਇਹ ਜਿਹੜੀ ਹੈ ਨਾ ਆਪਾਂ ਤੁਸੀਂ ਡਿਲੀਵਰੀ ਦੀ ਗੱਲ ਕੀਤੀ ਹੈਗੀ ਆ, ਕਿਉਂਕਿ ਤੁਹਾਨੂੰ ਅਸੀਂ ਚਰਚਾ ਕਰਕੇ ਹਟੇ ਹੈਗੇ ਆ ਵੀ ਸਾਨੂੰ ਉਹ ਰਿਜ਼ਲਟ ਮਿਲੇ ਆ, ਉਹ ਅਸਲ ਦੇ ਵਿੱਚ ਤੁਹਾਡੀ ਵੀਡੀਓ ਤੁਹਾਡੀ ਇੰਟਰਵਿਊ ਹੋਣ ਤੋਂ ਪਹਿਲਾਂ ਤੋਂ ਮੈਡੀਸਨ ਜਿਹੜੇ ਹੈਗੇ ਆ ਕੋਈ ਲਗਭਗ 1.5-1.25 ਸਾਲ ਪਹਿਲਾਂ ਜਿੱਦਾਂ ਸਾਡੇ ਸੰਪਰਕ ਦੇ ਵਿੱਚ ਉਹ ਆਏ ਸੀਗੇ, ਔਰ ਉਹਨਾਂ ਨੇ ਉਦੋਂ ਅਸੀਂ ਉਹਨਾਂ ਨੂੰ ਮੈਡੀਸਨ ਦਿੱਤੀ ਸੀ ਔਰ ਹਰ ਉਹ ਚੀਜ਼ ਹਰ ਉਹ ਪਰਹੇਜ਼ ਕਰਵਾਇਆ ਜਿਹੜਾ ਉਹਨਾਂ ਨੂੰ ਨੁਕਸਾਨ ਦੇ ਰਿਹਾ ਸੀਗਾ। ਅਸੀਂ ਉਹਨਾਂ ਨੂੰ ਦੇਖਿਆ ਵੀ ਐਕਚੁਅਲੀ ਇਹਨਾਂ ਦੇ ਵਿੱਚ ਪ੍ਰੋਬਲਮ ਕਿਹਦੇ ਵਿੱਚ ਹੈਗੀ ਆ, ਲੇਡੀਜ਼ ਵਿੱਚ ਪ੍ਰੋਬਲਮ ਹੈ ਜਾਂ ਜੈਂਟਸ ਦੇ ਵਿੱਚ ਪ੍ਰੋਬਲਮ ਹੈਗੀ ਆ। ਅਤੇ ਇੱਕ ਅੰਮ੍ਰਿਤਸਰ ਤੋਂ ਸਾਡੇ ਕੋਲ ਕਪਲ ਸੀਗਾ ਜੀ, 7 ਸਾਲ ਹੋ ਗਿਆ ਸੀ ਮੈਰਿਜ ਨੂੰ, ਔਰ ਬਹੁਤ ਸਾਰੇ ਹਸਪਤਾਲਾਂ ਤੋਂ ਉਹਨਾਂ ਨੇ ਮੈਡੀਸਨ ਜਿਹੜੀ ਹੈਗੀ ਉਹ ਲੈ ਚੁੱਕੇ ਸੀਗੇ। ਇਸੇ ਤਰੀਕੇ ਦੇ ਨਾਲ ਨਵਾਂ ਸ਼ਹਿਰ ਏਰੀਏ ਦੇ ਵਿੱਚ ਸਾਡੇ ਕੋਲ 2-3 ਜਿਹੜੇ ਹੈਗੇ ਆ ਉਹ ਪੇਸ਼ੈਂਟ ਸੀਗੇ, ਔਰ ਬੜੀ ਕਿਰਪਾ ਹੈ ਇਸ ਚੀਜ਼ ਦੀ ਵੀ ਜਿਹੜਾ ਅੰਮ੍ਰਿਤਸਰ ਵਾਲਾ ਕਪਲ ਸੀਗਾ ਉਹਨਾਂ ਦੇ ਟਵਿਨਸ ਆ ਜੀ, ਜੋੜੇ ਬੱਚੇ ਹੋਏ ਆ, ਔਰ ਉਹਨਾਂ ਨੇ ਸਾਡੇ ਨਾਲ ਆਪਣੀਆਂ ਪਿਕਸ ਵੀ ਸਾਂਝੀਆਂ ਕੀਤੀਆਂ ਬੱਚਿਆਂ ਦੀਆਂ, ਔਰ ਸਾਨੂੰ ਵੀ ਇਸ ਗੱਲ ਦੇ ਉੱਤੇ ਖੁਸ਼ੀ ਹੋਈ ਹੈ। ਸਾਨੂੰ ਵੀ ਦਿਓ, ਅਸੀਂ ਵੀ ਦਿਖਾਈਏ ਜ਼ਰੂਰ ਸਰ, ਤੁਹਾਨੂੰ ਅਸੀਂ ਪਿਕਸ ਜਿਹੜੀਆਂ ਹੈਗੀਆਂ ਬੱਚਿਆਂ ਦੀਆਂ ਉਹ ਜ਼ਰੂਰ ਦਿਖਾਵਾਂਗੇ ਕਿ ਉਹ ਜੁੜਵਾ ਬੱਚੇ ਜਿਹੜੇ ਹੈਗੇ ਆ ਉਹ ਪੈਦਾ ਹੋਏ ਆ। ਇਸੇ ਤਰੀਕੇ ਦੇ ਨਾਲ ਨਵਾਂ ਸ਼ਹਿਰ ਏਰੀਏ ਦੇ ਵਿੱਚ ਪਿੰਡ ਹੈਗੇ ਆ, ਨਵਾਂ ਸ਼ਹਿਰ ਔਰ ਰਾਹੋਂ ਦੇ ਏਰੀਏ ਦੇ ਵਿੱਚ ਪਿੰਡ ਹੈਗੇ ਆ, ਅਸੀਂ ਉਹਨਾਂ ਦੇ ਤੁਹਾਨੂੰ ਨਾਮ ਔਰ ਐਡਰੈਸ ਜਿਹੜੇ ਹੈਗੇ ਆ ਉਹ ਦੇ ਸਕਦੇ ਆ ਵੀ ਉਹ ਜਿਹੜੇ ਹੈਗੇ ਆ ਉਹਨਾਂ ਦੀ ਡਿਲੀਵਰੀ ਹੋ ਚੁੱਕੀ ਆ। ਔਰ 1-2 ਕੇਸਿਸ ਇੱਦਾਂ ਦੇ ਹੈਗੇ ਆ ਜਿੱਥੇ ਸਰ ਆਉਣ ਵਾਲੇ 2-4 ਦਿਨਾਂ ਦੇ ਵਿੱਚ ਜਾਂ ਹਫ਼ਤੇ 10 ਦਿਨ ਦੇ ਵਿੱਚ ਕੁਦਰਤ ਦੀ ਕਿਰਪਾ ਹੋ ਜਾਣੀ ਹੈਗੀ, ਉਹ ਖੁਸ਼ੀ ਉਹਨਾਂ ਦੇ ਘਰ ਦੇ ਵਿੱਚ ਆ ਜਾਣੀ ਹੈਗੀ ਆ, ਬੇਟਾ ਹੋਏ ਜਾਂ ਬੇਟੀ ਹੋਏ। ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਨੇਵਲ ਅੰਮ੍ਰਿਤ ਵਰਤਣ ਤੋਂ ਬਾਅਦ ਉਹਨਾਂ ਨੂੰ ਇਹ ਰਿਜ਼ਲਟ ਮਿਲਿਆ ਹੈਗਾ, ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਹੋਈ ਹੈਗੀ। ਇਹ ਤੋਂ ਇਲਾਵਾ ਸਰ ਕਾਲੇ ਪੀਲੀਆ ਦੇ ਉੱਤੇ ਅਸੀਂ ਰਿਜ਼ਲਟ ਲਾਏ ਹੈਗੇ ਆ। ਕਾਲਾ ਪੀਲੀਆ ਜਿਹੜਾ ਹੈਗਾ ਆ ਉਹਦੇ ਵਿੱਚ ਆਮ ਤੌਰ 'ਤੇ ਬੰਦੇ ਨੂੰ ਖਾਸ ਕਰਕੇ ਜੈਂਟਸ ਨੂੰ ਉਦੋਂ ਪਤਾ ਲੱਗਦਾ ਜਦੋਂ ਬਾਹਰ ਜਾਣ ਦੇ ਲਈ ਉਹਨਾਂ ਦਾ ਮੈਡੀਕਲ ਹੁੰਦਾ ਹੈਗਾ, ਫਿਰ ਉਹ ਕਈ ਵਾਰੀ ਨਿਰਾਸ਼ ਹੋ ਜਾਂਦੇ ਆ। ਲੇਕਿਨ ਸਰ ਅਸੀਂ ਨੇਵਲ ਅੰਮ੍ਰਿਤ ਦੇ ਨਾਲ ਪਰਹੇਜ਼ ਕਰਵਾ ਕੇ ਅਸੀਂ ਕਾਲੇ ਪੀਲੀਏ 'ਤੇ ਵੀ ਰਿਜ਼ਲਟ ਲਾਇਆ ਹੈ ਜੀ। ਬਿਲਕੁਲ। ਸੋ ਲਾਸਟ ਜਿਹੜੇ ਸਾਡੇ ਕੋਲ ਕੁਝ 1-2 ਮਿੰਟ ਹੀ ਹੈ, ਹਰਦੀਪ ਜੀ ਜ਼ਰੂਰ 1 ਮਿੰਟ ਆਇਓ, ਡਾਇਰੈਕਟਰ ਨੇ ਨੇਵਲ ਅੰਮ੍ਰਿਤ ਦੇ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਠੀਕ ਹੋ ਜੀ? ਬਹੁਤ ਕਿਰਪਾ ਵਾਹਿਗੁਰੂ ਦੀ। ਚਲੋ ਅੱਛਾ ਜੀ, ਮੈਨੂੰ ਇਹ ਵੀ ਦੱਸੋ ਵੀ ਇਹ ਨੇਵਲ ਅੰਮ੍ਰਿਤ ਤੁਹਾਡੇ ਆਫਿਸ ਕਿੱਥੇ ਨੇ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਵੀ ਯਾਰ ਸਾਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਹੁਣ ਵੀਡੀਓ ਬਹੁਤ ਆ ਗਿਆ, ਮੈਨੂੰ ਵੀ ਫੋਨ ਆ ਰਹੇ ਨੇ 3-4 ਹੋਰ, ਉਹ ਕਹਿੰਦੇ ਜੀ ਸਾਡਾ ਵੀ ਇਹੀ, ਅਸੀਂ ਵੀ ਧੁੰਨੀ 'ਚ ਦਵਾਈ ਪਾ ਕੇ ਠੀਕ ਕਰਦੇ, ਸਾਡੀ ਵੀ ਇੰਟਰਵਿਊ ਕਰੋ। ਮੈਂ ਤੁਹਾਡੇ ਤੇ ਇਲਜ਼ਾਮ ਲਾਉਣ ਲੱਗਾ ਇਸ ਗੱਲ ਦਾ। ਅੱਛਾ ਜੀ। ਤੁਸੀਂ ਕੀਤੀ ਸੀਗੀ, ਹਾਂਜੀ। ਪਤਾ ਨਹੀਂ ਕਿੱਥੇ ਆਫਿਸ ਖੁੱਲ ਗਏ ਆ, ਕੋਈ ਨਾਭੀ ਕੁਛ ਬਣਾ ਕੇ ਆ ਗਿਆ, ਕੋਈ ਨਾਭੀ ਕੁਛ। ਬਹੁਤ ਚੰਗੀ ਗੱਲ ਆ, ਆਯੁਰਵੈਦਾ ਵੱਲ ਨੂੰ ਮੁੜ ਰਹੇ, ਬਹੁਤ ਚੰਗੀ ਗੱਲ ਆ, ਪਰ ਗਲਤ ਨਾ ਦੇਣ ਕਿਸੇ ਨੂੰ। ਕਈ ਵਾਰੀ ਗਲਤ ਦਿੱਤੀ ਹੋਈ ਚੀਜ਼, ਕਿਉਂਕਿ ਹੌਟ ਪ੍ਰੋਸੈਸ ਦੀ ਦਿੱਤੀ ਹੋਈ ਚੀਜ਼ ਨੁਕਸਾਨਦੇਹ ਕਰ ਜੂਗੀ। ਆਯੁਰਵੈਦਾ ਹਮੇਸ਼ਾ ਹੀ ਕੋਲਡ ਪ੍ਰੋਸੈਸ 'ਤੇ ਕੰਮ ਕਰਦਾ। ਜੇ ਇੰਨੇ ਰਿਜ਼ਲਟ ਹੈਗੇ ਆ, ਹਜ਼ਾਰਾਂ ਰਿਜ਼ਲਟ ਸਾਡੇ ਕੋਲ ਪਏ ਆ, ਅਸੀਂ ਅੱਜ ਦੇ ਨਹੀਂ, ਸਾਡੇ ਕੋਲ 10 ਦਿਨ ਦੀ ਪਹਿਲਾਂ ਵੀਡੀਓ ਨਹੀਂ ਹੈਗੀਆਂ ਕਿ 15 ਦਿਨ ਦੀਆਂ ਪਹਿਲਾਂ ਵੀਡੀਓ, ਪਿਛਲੇ 2 ਸਾਲ ਦੀਆਂ ਵੀਡੀਓ ਪਈਆਂ। ਤੁਸੀਂ ਰੇਟ ਕਿਉਂ ਵਧਾਇਆ? ਕਿਉਂਕਿ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ, ਕਹਿੰਦੇ ਸਾਨੂੰ ਜੀ ਦਵਾਈ ਜੀ ਇਹ 2700 ਦੀ ਉੱਥੋਂ ਮਿਲ ਰਹੀ ਹੈ, 2600 2700
ਵੀ ਇਸ ਤਰ੍ਹਾਂ ਮਿਲ ਰਹੀ। ਤੁਸੀਂ ਇਹਦਾ ਰੇਟ ਕਿਉਂ ਵਧਾਉਂਦੇ ਹੋ? ਤੁਸੀਂ ਕਿਹਾ ਸੀ ਵੀ 1600 ਦੀ ਉਹ ਤੁਸੀਂ ਰੱਖੋਗੇ ਦਵਾਈ, ਸਾਡੀ ਤਾਂ 1650 ਦੀ ਆ ਜੀ, ਹੁਣ ਵੀ 1650 ਦੀ ਆ। ਜਿਹੜੇ ਦਰਸ਼ਕ ਤੁਹਾਡੇ ਆਏ ਆ, ਹਾਂ ਕੋਈ ਹੋਰ ਦੇ ਰਿਹਾ ਆ, ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ। ਸਾਡੀ ਕੋਈ 2200 ਦੀ ਨਹੀਂ, ਕੋਈ 2300 ਦੀ ਨਹੀਂ, ਕੋਈ 1300 ਦੀ ਨਹੀਂ। ਸਾਡੀ ਇਹ ਵੀ ਨਹੀਂ ਹੈਗੀ ਕਿ 1350 ਦੀ ਆ, ਉਹ 3 ਮਹੀਨੇ ਦੀ ਕਰਕੇ ਕਰ ਰਹੇ, ਨਹੀਂ। ਸਾਡੀ 1650 ਦੀ ਆ। ਇਹਦਾ MRP 1668 ਆ। ਇਹਦੇ ਨਾਲ ਅਸੀਂ ਇੱਕ ਫ੍ਰੀ ਦਿੰਨੇ ਆ। ਇੱਕ ਦੇ ਨਾਲ ਜਿੱਦਾਂ ਇਹ ਲੈ ਲਈ, ਇਹਦੇ ਨਾਲ ਇੱਕ ਫ੍ਰੀ ਆ, ਮੀਨਸ ਕਿ ਜਿਹੜੀ ਆ 1600 ਦੇ ਵਿੱਚ ਤੁਹਾਨੂੰ 2 ਬਾਕਸ ਮਿਲਦੇ ਹੈਗੇ ਆ। 6 ਮਹੀਨੇ ਕੰਮ ਕਰਦੇ? 6 ਮਹੀਨੇ ਕੰਮ ਕਰਦੇ, ਬਿਲਕੁਲ ਜੀ। ਇਹ ਹੁਣ ਆਫਿਸ ਕਿੱਥੇ ਕਿੱਥੇ ਆਪਣੇ? ਇੱਕ ਤਾਂ ਜੀ ਇਹ ਬੰਗੇ ਦੇ ਵਿੱਚ ਹੀ ਹੈਗਾ। ਬੰਗੇ ਕਿੱਥੇ ਕਰਕੇ ਆ ਜੀ? ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਬੰਗੇ ਦੇ ਵਿੱਚ ਨਹੀਂ ਪਤਾ ਲੱਗ ਰਿਹਾ। ਔਨ ਰੋਡ ਹੈ ਜਾਂ? ਬਿਲਕੁਲ ਔਨ ਦੀ ਰੋਡ ਹੈਗਾ ਜੀ। ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਰੋਡ ਹੈਗਾ ਆ, ਜਿਹਨੂੰ ਅਸੀਂ ਗੜਸ਼ੰਕਰ ਰੋਡ ਵੀ ਕਹਿੰਦੇ ਆ। ਬਿਜਲੀ ਘਰ ਟੱਪ ਕੇ ਸਾਡਾ ਅੱਗੇ ਨੇਵਲ ਅਮਰਿਤ ਦਾ ਆਫਿਸ ਹੈਗਾ। ਤੁਹਾਡੇ ਸ਼ਹਿਰ ਰੋਪੜ ਦੇ ਵਿੱਚ ਜਿੱਥੇ ਤੋਂ ਇੱਥੇ ਵੀ ਸਾਡਾ ਆਫਿਸ ਹੈਗਾ ਆ। ਜਦੋਂ ਆਪਾਂ ਫਲਾਈਓਵਰ ਉਤਰਦੇ ਆ, ਸਦਰ ਥਾਣਾ ਹੈਗਾ ਆ, ਬਿਲਕੁਲ ਇੱਥੇ ਹੈਗਾ ਆ। ਤੇ ਦੂਜਾ ਆਫਿਸ ਸਾਡਾ UK ਦੇ ਵਿੱਚ ਵੀ ਹੈ, ਅਸੀਂ UK 'ਚ ਵੀ ਰਨ ਕਰ ਰਹੇ ਆ। ਪਾਤੜਾਂ ਸ਼ਹਿਰ ਦੇ ਵਿੱਚ ਵੀ ਸਾਡਾ ਆਫਿਸ ਖੁੱਲ੍ਹ ਚੁੱਕਾ ਆ। ਮੋਹਾਲੀ ਸਾਡਾ ਹੈਗਾ ਆ। ਸੋ ਇਸ ਤਰੀਕੇ ਨਾਲ ਬਟਾਲਾ ਅਸੀਂ ਉੱਥੇ ਆਫਿਸ ਓਪਨ ਕਰਨ ਜਾ ਰਹੇ ਹਾਂ, ਤਾਂ ਜੋ ਲੋਕ ਗੁੰਮਰਾਹ ਨਾ ਹੋ ਜਾਣ। ਕਿਉਂਕਿ ਅੱਜ ਜਦੋਂ ਕੋਈ ਵੀ, ਤੁਸੀਂ ਇੱਕ ਗੱਲ ਕਹੀ ਸੀ ਵੀ ਜਦੋਂ ਹਿੱਟ ਹੋ ਗਈ ਤਾਂ ਇਹ ਗੱਲ ਹੋਣੀ ਹੈ, 100% ਤੁਹਾਡੀ ਗੱਲ ਸਾਬਤ ਹੋ ਗਈ ਆ ਕਿ ਲੋਕਾਂ ਨੇ ਉਹਦੀ ਡੁਪਲੀਕੇਸੀ ਬਹੁਤ ਤਿਆਰ ਕਰ ਦਿੱਤੀ ਆ। ਨੇਵਲ ਅੰਮ੍ਰਿਤ, ਨਾਭੀ ਅੰਮ੍ਰਿਤ ਇੱਕੋ ਹੀ ਨਾਮ ਆ। ਨਾਭੀ ਅੰਮ੍ਰਿਤ, ਨਾ ਉਹਦੇ ਵਿਚਕਾਰ ਕੁਛ ਆ ਤੇ ਨਾ ਉਹਦੇ ਬਾਅਦ ਕੁਛ ਆ। ਨਾਭੀ ਅੰਮ੍ਰਿਤ ਤੇ ਨੇਵਲ ਅੰਮ੍ਰਿਤ ਇੱਕ ਹੀ ਨਾਮ ਹੈ। ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਨੇਵਲ ਕਹਿ ਦਿੰਦੇ ਆ, ਹਿੰਦੀ ਪੰਜਾਬੀ 'ਚ ਇਹਨੂੰ ਅਸੀਂ ਨਾਭੀ ਕਹਿ ਦਿੰਦੇ ਆ। ਕਿਉਂਕਿ ਸਾਡੇ ਟੈਕਨੀਕਲ ਡਾਕਟਰਸ ਜਿੱਦਾਂ ਸ਼ਰਮਾ ਡਾਕਟਰ ਜੀ ਹੈਗੇ, ਡਾਕਟਰ ਬਾਲੀ ਹੈਗੇ ਆ, ਸਾਡੇ ਪ੍ਰੋਪਰ ਟੈਕਨੀਕਲੀ ਤਿਆਰ ਹੁੰਦਾ ਆ। ਕੋਈ ਇਹ ਨਹੀਂ ਕਿ ਤੇਲ ਘੋਲਿਆ, ਜਿੱਦਾਂ ਤੁਸੀਂ ਕਹਿੰਦੇ ਸੀ ਵੀ ਤੇਲ ਘੋਲਤਾ। ਤੁਹਾਡੀ ਪਿਛਲੀ ਵੀਡੀਓ 'ਚ ਤੁਸੀਂ ਕਿਹਾ ਜੀ ਇਕੱਠੇ ਕਿਤੇ ਤੇਲ ਘੋਲ ਕੇ ਤਾਂ ਨਹੀਂ ਕੁਝ ਪਾਤਾ। ਕਿਉਂਕਿ ਜਿਸ ਹਿਸਾਬ ਦੇ ਨਾਲ ਮੈਨੂੰ ਫੋਨ ਆਉਣ ਲੱਗੇ, 4-5 ਫੋਨ ਮੈਨੂੰ 3-4 ਜਣਿਆਂ ਦੇ ਆਏ ਆ ਵੀ ਅਸੀਂ ਵੀ ਬਾਈ ਜੀ ਇੰਟਰਵਿਊ ਕਰਨੀ ਆ, ਅਸੀਂ ਵੀ ਪਾਉਂਦੇ ਆ, ਤਾਂ ਮੈਨੂੰ ਇਹ ਲੱਗਿਆ ਵੀ ਮੈਂ ਵੀ ਸ਼ੁਰੂ ਕਰ ਲੈਂਦਾ ਇਹ। ਮੈਂ ਤਾਂ ਹੀ ਪੁੱਛਿਆ ਵੀ ਪੜ੍ਹਾਈ ਤਾਂ ਨਹੀਂ ਜ਼ਰੂਰੀ ਮੈਂ ਹੁੰਦੀ। ਤੁਹਾਨੂੰ ਡਾਕਟਰ ਬਾਲੀ ਜੀ ਨਾਲ ਵੀ ਮਿਲਾਉਣਾ, ਜਿਹੜੇ ਸਾਡੇ ਟੈਕਨੀਕਲੀ ਕੰਮ ਕਰਦੇ। ਪਲੀਜ਼ ਮੈਂ ਤੁਹਾਨੂੰ ਹਾਂਜੀ ਬਾਲੀ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਹਾਂਜੀ ਬਹੁਤ ਵਧੀਆ ਜੀ, ਬਹੁਤ ਠੀਕ ਹੈ। ਤੁਸੀਂ ਸੁਣਾਓ? ਵਧੀਆ ਜੀ ਵਧੀਆ। ਕਿਵੇਂ ਵੇਖਦੇ ਹੋ ਜਿਹੜੀ ਇਹ ਦਵਾਈ ਤਿਆਰ ਕੀਤੀ? ਪਰ ਹੁਣ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇਹ ਬਣਾਉਣ ਲੱਗ ਗਏ ਨੇ, ਤਿਆਰ ਹੋਣ ਲੱਗ ਗਏ ਜੀ। ਇਸ ਤਰ੍ਹਾਂ ਆ, ਦੇਖੋ ਇੱਕ ਤਾਂ ਹੁੰਦਾ ਵੀ ਬਿਨਾਂ ਕਿਸੇ ਨੌਲੇਜ ਤੋਂ ਜਾਂ ਬਿਨਾਂ ਕਿਸੇ ਸਟੱਡੀ ਤੋਂ ਕੰਮ ਕਰਨਾ, ਜਾਂ ਕੋਈ ਨੁਕਸਾ ਉੱਦਾਂ ਹੀ 1-2 ਚੀਜ਼ਾਂ ਪਤਾ ਲੱਗ ਗਈਆਂ, ਇੱਕ ਉਹਦੇ ਕੋਲ ਸੁਣ ਲਈ, ਇੱਕ ਉਹਦੇ ਕੋਲ ਸੁਣ ਲਈ, ਉਹਨੂੰ ਅਪਲਾਈ ਕਰਨਾ ਸ਼ੁਰੂ ਕਰ ਦੇਣਾ। ਪਰ ਜੇ ਅਗਲੇ ਕਹਿਣ ਜੀ ਵੀ ਸਾਤੋਂ ਹੀ ਸਿੱਖਿਆ ਜੀ, ਅਸੀਂ ਕਰਦੇ ਰਹੇ ਹਾਂ, ਵੀ ਇਹ ਤਾਂ ਸਾਤੋਂ ਸਿੱਖ ਕੇ ਹੁਣ ਇਹ ਗੱਲਾਂ ਕਰਦੇ। ਨਹੀਂ, ਇੱਦਾਂ ਨਹੀਂ। ਸਾਡਾ ਜਿਹੜਾ ਆ ਪ੍ਰੋਪਰ ਚੈਨਲ ਦੇ ਥਰੂ ਪ੍ਰੋਪਰ ਇਹ ਪੇਟੈਂਟ ਆ, ਗੌਰਮੈਂਟ ਤੋਂ ਮਨਜ਼ੂਰਸ਼ੁਦਾ ਆ। ਔਰ ਜੋ ਵੀ ਇਹਦੀ ਟੈਸਟਿੰਗ ਜਦੋਂ ਤਿਆਰ ਹੁੰਦੀ ਆ, ਪੂਰੀ ਟੈਸਟਿੰਗ, ਔਰ ਉਹ ਤੋਂ ਤਿਆਰ ਹੋਣ ਤੋਂ ਬਾਅਦ ਵੀ ਪੂਰੀ ਇਹਦੀ ਟੈਸਟਿੰਗ ਕਰਕੇ ਫਿਰ ਇਹ ਅਸੀਂ ਅੱਗੇ ਸੇਲ ਕਰਦੇ ਹਾਂ ਪੇਸ਼ੈਂਟ ਨੂੰ। ਅਤੇ ਬਾਕੀ ਇਹੀ ਆ ਵੀ ਜਿੱਦਾਂ ਲੋੜ ਇਹ ਆ ਵੀ ਆਯੁਰਵੇਦ ਨੂੰ ਥੋੜ੍ਹਾ ਜਿਹਾ ਲੋਕਾਂ ਨੂੰ ਟਰਸਟ ਕਰਨ ਦੀ ਔਰ ਆਯੁਰਵੇਦ ਨੂੰ ਅਪਣਾਉਣ ਦੀ ਜ਼ਰੂਰਤ ਆ। ਆਯੁਰਵੇਦ ਦਾ ਮੋਟਿਵ ਸਿਰਫ ਇਹੀ ਆ ਵੀ ਇੱਕ ਤਾਂ ਬਿਮਾਰ ਬੰਦਾ ਆ, ਉਹਦੀ ਬਿਮਾਰੀ ਨੂੰ ਦੂਰ ਕਰਨਾ, ਅਤੇ ਸਵਸਥ ਬੰਦਾ ਜਿਹੜਾ ਤੰਦਰੁਸਤ ਆ, ਉਹਨੂੰ ਕੋਈ ਬਿਮਾਰੀ ਨਾ ਆਵੇ। ਇਹੀ ਕੰਮ ਸਾਡੇ ਇਹਦਾ ਨੇਵਲ ਅੰਮ੍ਰਿਤ ਦਾ ਆ। ਇਹ ਜ਼ਰੂਰੀ ਨਹੀਂ ਆ ਵੀ ਜਿਹਨੂੰ ਕੋਈ ਪ੍ਰੋਬਲਮ ਆ ਜਾਂ ਜਿਹਨੂੰ ਕੋਈ ਬਿਮਾਰੀ ਆ ਉਹੀ ਯੂਜ਼ ਕਰੇ। ਜਿਹੜਾ ਬੰਦਾ ਬਿਲਕੁਲ ਤੰਦਰੁਸਤ ਆ ਜਾਂ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ, ਉਹ ਵੀ ਇਹਨੂੰ ਯੂਜ਼ ਕਰਨਾ ਸ਼ੁਰੂ ਕਰੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ BP, ਸ਼ੂਗਰ ਜਾਂ ਇੱਦਾਂ ਦੀ ਕੋਈ ਖਤਰਨਾਕ ਬਿਮਾਰੀ ਉਹਨੂੰ ਹੋਵੇ ਹੀ ਨਾ। ਹਾਂਜੀ। ਸੋ ਬਿਲਕੁਲ ਜੀ, ਜਿਹੜੇ ਲੋਕ ਅਸੀਂ ਪਹਿਲਾਂ ਤਾਂ ਅਰਦਾਸ ਇਹੀ ਕਰਦੇ ਹਾਂ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਲੋੜ ਹੀ ਨਾ ਪਵੇ, ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ। ਪਰ ਫਿਰ ਵੀ ਜੇਕਰ ਅਸੀਂ ਆਪਣੀਆਂ ਗਲਤੀਆਂ ਕਰਕੇ, ਖਾਣ ਪੀਣ ਕਰਕੇ ਬਿਮਾਰ ਹੁੰਦੇ ਆ, ਜਾਂ ਇਹ ਵਾਤਾਵਰਨ ਕਰਕੇ ਜੋ ਗੰਦਲਾ ਹੋ ਚੁੱਕਿਆ ਉਹਦੇ ਕਰਕੇ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ, ਤਾਂ ਤੁਸੀਂ ਬਹੁਤ ਪਰੇਸ਼ਾਨ ਹੋ ਗਏ ਹੋ ਵੱਖ-ਵੱਖ ਡਾਕਟਰਾਂ ਦੇ ਜਾ ਕੇ, ਤਾਂ ਜ਼ਰੂਰ ਇੱਕ ਵਾਰ ਤੁਸੀਂ ਨੇਵਲ ਅੰਮ੍ਰਿਤ, ਜਿਨ੍ਹਾਂ ਦੇ ਅਸੀਂ ਕੰਟੈਕਟ ਨੰਬਰ ਵੀ ਤੁਹਾਨੂੰ ਲਗਾਤਾਰ ਸਕਰੀਨ ਦੇ ਉੱਤੇ ਦੇ ਰਹੇ ਹਾਂ, ਇਹਨਾਂ ਦੇ ਨਾਲ ਤੁਸੀਂ ਸਿੱਧੇ ਤੌਰ ਤੇ ਸੰਪਰਕ ਕਰਕੇ ਇਹਨਾਂ ਦਾ ਐਡਰੈਸ ਕਿੱਥੇ ਹੈਗਾ ਪ੍ਰੋਪਰ, ਉਹ ਜਾਣਕਾਰੀ ਲੈ ਕੇ ਤੁਸੀਂ ਇਹਨਾਂ ਤੋਂ ਦਵਾਈ ਲੈ ਸਕਦੇ ਹੋ। ਕਿਉਂਕਿ ਬਹੁਤ ਸਾਰੇ ਜਿਹੜੇ ਮਰੀਜ਼ਾਂ ਦੇ ਨਾਲ ਵੀ ਜਿਹੜੀਆਂ ਵੀਡੀਓਜ਼ ਆਈਆਂ ਹੈਗੀਆਂ, ਅਤੇ ਉਹ ਵੀ ਅਸੀਂ ਤੁਹਾਨੂੰ ਜਿਹੜੀਆਂ ਦਿਖਾਈਆਂ ਵੀਡੀਓਜ਼, ਅਤੇ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸੈਟਿਸਫਾਈ ਹੋਵੋਗੇ। ਅਤੇ ਉਮੀਦ ਇਹ ਵੀ ਕਰਦੇ ਹਾਂ ਵੀ ਜਿਨ੍ਹਾਂ ਨੇ ਪਹਿਲਾਂ ਇੰਟਰਵਿਊ ਵੇਖ ਕੇ ਦਵਾਈਆਂ ਲਈਆਂ ਨੇ, ਤਾਂ ਉਹਨਾਂ ਨੂੰ ਮਾਲਕ ਨੇ ਤੰਦਰੁਸਤੀ ਜ਼ਰੂਰ ਬਖਸ਼ੀ ਹੋਊਗੀ। ਮੈਨੂੰ ਤੇ ਸਤਨਾਮ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।